ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਭਾਗ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਕਿ ਅਕਾਲੀ ਆਗੂਆਂ ਦਾ ਧਾਰਮਿਕ ਮੋਰਚੇ ਸਮੇਂ ਦੇ ਵਿੱਚ ਕੀ ਕਾਰਗੁਜ਼ਾਰੀ ਸੀ, ਕਿਹੋ ਜਿਹੇ ਜਿਹੜੇ ਉਹਨਾਂ ਦੇ ਹਾਲਾਤ ਸਨ, ਉਸ ਤੋਂ ਬਾਅਦ ਸੰਤਾਂ ਦੇ ਨਾਲ ਕਿਹੋ ਜਿਹਾ ਤਾਲਮੇਲ ਰਹਿੰਦਾ। ਅੱਜ ਦੇ ਦੂਜੇ ਭਾਗ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਖਾੜਕੂ ਲਹਿਰ ਜਦੋਂ ਸ਼ੁਰੂ ਹੁੰਦੀ ਹੈ, ਅਕਾਲੀ ਆਗੂਆਂ ਦੀ ਸਥਿਤੀ ਉਦੋਂ ਕੀ ਸੀ ਅਤੇ ਕੀ ਜਿਵੇਂ ਸੰਤ ਉਹਨਾਂ ਅਕਾਲੀ ਆਗੂਆਂ ਦੇ ਨਾਲ ਪੇਸ਼ ਆਏ ਨੇ, ਉਸੇ ਤਰੀਕੇ ਦੇ ਨਾਲ ਖਾੜਕੂ ਲਹਿਰ ਦੇ ਜਿਹੜੇ ਜਿੰਨੇ ਵੀ ਆਗੂ ਹੋਏ ਨੇ ਜਾਂ ਯੋਧੇ ਹੋਏ ਨੇ, ਉਹਨਾਂ ਦਾ ਕੀ ਤਾਲਮੇਲ ਰਿਹਾ। ਕੀ ਅਕਾਲੀ ਆਗੂਆਂ ਦਾ ਕੋਈ ਇਸ ਲਹਿਰ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਗੁਜ਼ਾਰੀ ਉਹਨਾਂ ਨੇ ਕੀਤੀ ਆ ਜਾਂ ਉਹ ਜਮਾਂ ਇਸ ਤੋਂ ਲਾਂਭੇ ਹੋ ਕੇ ਰਹੇ ਨੇ। ਉਹ ਸਾਰੀ ਗੱਲਬਾਤ ਦੇ ਵਿੱਚ ਅਸੀਂ ਜਾਣਨਾ ਕਰਾਂਗੇ ਅੱਜ ਕਿ ਕੀ ਕੁਝ ਹੁੰਦਾ ਉਸ ਸਮੇਂ ਦੇ ਵਿੱਚ। 92 ਦੇ ਇਲੈਕਸ਼ਨਾਂ ਦੇ ਬਾਈਕਾਟ ਦੇ ਬਾਰੇ ਵੀ ਅੱਜ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਮੌਜੂਦ ਨੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸਰਦਾਰ ਅਜਮੇਰ ਸਿੰਘ ਜੀ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਭਾਗ ਦੇ ਵਿੱਚ ਅਸੀਂ ਗੱਲਬਾਤ ਕਰ ਚੁੱਕੇ ਹਾਂ ਕਿ ਸੰਤਾਂ ਨੇ ਕਿਹੋ ਜਿਹੇ ਤਰੀਕੇ ਦੇ ਨਾਲ ਜਿਹੜੇ ਅਕਾਲੀ ਆਗੂਆਂ ਦੇ ਨਾਲ ਜਿਹੜੀ ਉਹਨਾਂ ਦੇ ਨਾਲ ਪੇਸ਼ ਆਏ ਨੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਦੇ ਬਾਰੇ ਵੀ ਆਪਾਂ ਗੱਲਬਾਤ ਕਰੀਏ। ਅੱਜ ਅਸੀਂ ਜਾਣਨਾ ਚਾਹਾਂਗੇ ਖਾੜਕੂ ਲਹਿਰ ਦੇ ਜਿੰਨੇ ਵੀ ਯੋਧੇ ਹੋਏ ਨੇ ਉਹਨਾਂ ਦਾ ਤਾਲਮੇਲ ਕਿਵੇਂ ਦਾ ਰਿਹਾ ਅਕਾਲੀ ਆਗੂਆਂ ਦੇ ਨਾਲ, ਕੀ ਉਹ ਵੀ ਸੰਤਾਂ ਦੀ ਤਰ੍ਹਾਂ ਪੇਸ਼ ਆਏ ਨੇ? ਦੇਖੋ, ਜਿਹੜੀ ਖਾੜਕੂ ਲਹਿਰ ਹੈ ਨਾ, ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਜੀ ਇੱਕ ਤਾਂ ਬਾਹਰਮੁਖੀ ਸਥਿਤੀ 'ਚ ਸਿਫਤੀ ਤਬਦੀਲੀ ਆ ਗਈ। ਉਹ ਇਹ ਆ ਗਈ ਕਿ ਖਾੜਕੂ ਲਹਿਰ ਜਿਹੜੀ ਸੀ ਉਹਦਾ ਨਿਸ਼ਾਨਾ ਖਾਲਿਸਤਾਨ ਜਾਂ ਵੱਖਰਾ ਸਿੱਖ ਰਾਜ, ਜੀ ਸੁਤੰਤਰ ਰਾਜ ਆਪਦਾ। ਜਿਹੜਾ ਪਹਿਲਾਂ ਧਰਮ ਯੁੱਧ ਮੋਰਚਾ ਸੀ ਉਹਦਾ ਜੋ ਰਾਜ ਸੀ, ਨਿਸ਼ਾਨਾ ਸੀ, ਉਹ ਸੀਗਾ ਅਨੰਦਪੁਰ ਸਾਹਿਬ ਦਾ ਮਤਾ, ਫੈਡਰਲਿਜ਼ਮ, ਵੱਧ ਅਧਿਕਾਰ ਕਹਿ ਲਓ, ਠੀਕ ਹੈ ਨਾ। ਸੋ ਇੱਕ ਤਾਂ ਅਕਾਲੀਆਂ ਨਾਲੋਂ ਜਿਹੜੀ ਨਿਸ਼ਾਨੇ ਦੀ ਸਾਂਝ ਸੀ ਉਹ ਟੁੱਟ ਗਈ, ਕਿਉਂਕਿ ਸੰਤਾਂ ਵੇਲੇ ਜਾਂ ਧਰਮ ਯੁੱਧ ਮੋਰਚੇ ਦੌਰਾਨ ਭਾਵੇਂ ਝੂਠਾ ਹੀ ਸਹੀ ਨਿਸ਼ਾਨੇ ਦੀ ਸਾਂਝ ਸੀ। ਅਕਾਲੀ ਵੀ ਉਸੇ ਨਿਸ਼ਾਨੇ ਨੂੰ ਲੈ ਕੇ ਚੱਲ ਰਹੇ ਨੇ ਅਤੇ ਸੰਤ ਵੀ ਵੱਧ ਅਧਿਕਾਰ। ਹਾਂਜੀ, ਉਹ ਅਨੰਦਪੁਰ ਸਾਹਿਬ ਦਾ ਮਤਾ, ਉਹਦੀ ਵਿਆਖਿਆ ਅਲੱਗ-ਅਲੱਗ ਸੀ। ਮੈਂ ਇਹ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਸੰਤ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਐਂ ਕਰਦੇ ਸੀ ਜਿਹਦੇ 'ਚੋਂ ਸਰੋਤਿਆਂ ਨੂੰ ਜਾਂ ਸੁਣਨ ਵਾਲਿਆਂ ਨੂੰ ਕੋਈ ਭੁਲੇਖਾ ਨਹੀਂ ਸੀ ਰਹਿੰਦਾ, ਉਸ ਉੱਤੇ ਸਿੱਧ ਸੁਤੰਤਰ ਰਾਜ ਤੱਕ ਪਹੁੰਚ ਜਾਂਦੇ ਸੀ। ਅਕਾਲੀ ਉਹਦੀ ਵਿਆਖਿਆ ਹੋਰ ਤਰ੍ਹਾਂ, ਇਹ ਹੁੰਦਾ ਹੀ ਹੈ, ਇੱਕੋ ਪ੍ਰੋਗਰਾਮ ਦੀ ਵੀ ਵਿਆਖਿਆ ਅਲੱਗ-ਅਲੱਗ ਧਿਰਾਂ ਅਲੱਗ-ਅਲੱਗ ਕਰ ਲੈਂਦੀਆਂ ਆਪਦੀ ਸੋਚ ਅਤੇ ਆਪਦੇ ਹਿੱਤਾਂ ਮੁਤਾਬਕ। ਸੋ ਇੱਕ ਤਾਂ ਬਾਹਰਮੁਖੀ ਸਥਿਤੀ 'ਚ ਇਹ ਫਰਕ ਆ ਗਿਆ। ਉੱਥੇ ਜਿਹੜੀ ਏਕਤਾ ਚੱਲ ਸਕੀ ਨਾ, ਉਹਦੀ ਸਭ ਤੋਂ ਵੱਡੀ ਇੱਕ ਕਾਰਨ ਇਹ ਸੀ, ਘੱਟੋ ਘੱਟ ਨਿਸ਼ਾਨਾ ਇੱਕ ਸੀ। ਇੱਥੇ ਨਿਸ਼ਾਨਾ ਇੱਕ ਨਾ ਰਿਹਾ, ਖਾੜਕੂ ਲਹਿਰ ਦਾ ਨਿਸ਼ਾਨਾ ਹੋਰ ਬਣ ਗਿਆ, ਉੱਧਰ ਹੋਰ ਬਣ ਗਿਆ। ਹੁਣ ਜਦੋਂ ਦੂਜੀ ਗੱਲ, ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਸਿੱਖਾਂ ਦੀ ਅਤੇ ਖਾਸ ਕਰਕੇ ਲੜ ਰਹੀ ਧਿਰ ਦੀ ਜਿਹੜੀ ਮਨੋਸਥਿਤੀ ਸੀ ਉਹ ਵੀ ਬਹੁਤ ਬਦਲ ਗਈ ਸੀ। ਗੁੱਸਾ ਸੀ ਬਹੁਤ ਮਨ ਦੇ ਵਿੱਚ, ਸਾਰਿਆਂ ਨੂੰ ਸੀਗਾ। ਜੇ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਠੱਠਿਆ ਹੋਇਆ ਅਕਾਲ ਤਖ਼ਤ ਦੇਖ ਕੇ, ਜਾਂ ਭਾਈ ਕੇਰ ਸਿੰਘ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਕਰ ਸਕਦੇ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਉਹ ਤਾਂ ਦੈਟ ਵੀ ਸਧਾਰਨ ਸਿੱਖ ਹੀ ਸੀ ਨਾ ਉਦੋਂ ਪਹਿਲਾਂ। ਸੋ ਜਿਹੜੇ ਬੰਦੇ ਥੋੜ੍ਹੀ ਬਹੁਤੀ ਇੱਧਰਲੀ ਮੱਸ ਰੱਖਣ ਵਾਲੇ ਸੀ, ਲੜਨ ਵਾਲੀ, ਉਹਨਾਂ ਦੇ ਮਨਾਂ 'ਤੇ ਕੀ ਬੀਤੀ ਹੋਊ, ਤੁਸੀਂ ਇਹ ਗੱਲ ਨਾ ਭੁੱਲੋ। ਸੋ ਇਸ ਕਰਕੇ ਉਸ ਮੌਕੇ ਦੇ ਉੱਤੇ ਇਹ ਇੱਕ ਵਿਸ਼ੇਸ਼ ਸਿਚੁਏਸ਼ਨ ਬਣਦੀ ਹੈ ਹਰ ਹਥਿਆਰਬੰਦ ਸੰਘਰਸ਼ 'ਚ। ਹਥਿਆਰਬੰਦ ਸੰਘਰਸ਼ ਦਾ ਅਤੇ ਬਾਕੀ ਲਹਿਰ ਦਾ ਇੱਕ ਫਰਕ ਹੁੰਦਾ ਹੈ ਕਿ ਉੱਥੇ ਜਿਹੜਾ ਹਥਿਆਰ ਲੈ ਕੇ ਲੜ ਰਿਹਾ ਬੰਦਾ ਹੈ ਉਹ ਬਹੁਤ ਹਾਈਟਨਡ ਸਟੇਟ ਆਫ ਮਾਈਂਡ, ਉਹ ਨੋਰਮਲ ਨਹੀਂ ਉਦੋਂ ਵੀ ਰਹਿ ਸਕੇ, ਕਿਉਂਕਿ ਉਸ ਤਰ੍ਹਾਂ ਜਾਨ ਦਿੱਤੀ ਨਹੀਂ ਜਾ ਸਕਦੀ। ਉਹਨੂੰ ਦੁਸ਼ਮਣ ਦੇ ਖਿਲਾਫ ਗੁੱਸਾ ਅਤੇ ਉਹ ਲਕੀਰ ਪੂਰੀ, ਅਤੇ ਉਹਦੇ ਵਾਸਤੇ ਜਾਨ ਕੁਰਬਾਨ ਕਰਨ ਦਾ ਜਜ਼ਬਾ, ਉਹਦੀ ਕਮਿਟਮੈਂਟ ਜਿਹੜੀ ਹੈ, ਪ੍ਰਤੀਬੱਧਤਾ ਕਹਿ ਲਓ, ਉਹ ਸਿਖਰ 'ਤੇ ਪਹੁੰਚੀ ਹੁੰਦੀ ਹੈ। ਉਦੋਂ ਗਾਹਾਂ ਤਾਂ ਕੁਛ ਨਹੀਂ ਨਾ, ਜਾਣ ਤੋਂ ਗਾਹਾਂ ਤਾਂ ਕੁਛ ਨਹੀਂ ਨਾ, ਜੋ ਜਾਣ ਦੇਣ ਵਾਸਤੇ ਬੰਦਾ ਤਿਆਰ ਹੈ ਜੀ। ਉਹਦੀ ਆਪਦੀ ਮਨੋਸਥਿਤੀ ਇਹ ਹੁੰਦੀ ਹੈ ਅਤੇ ਉਹਦੀ ਮੰਗ ਵੀ ਇਹ ਹੁੰਦੀ ਹੈ ਵੀ ਬਾਕੀ ਵੀ ਇਹੀ ਕਰ। ਜਿੱਥੇ ਜਾ ਕੇ ਪ੍ਰੋਬਲਮ ਆਉਂਦੀ ਹੈ ਦੂਜੇ ਸੈਕਸ਼ਨ ਨਾਲ। ਸੋ ਅਕਾਲੀਆਂ ਦੇ ਖਿਲਾਫ ਇੱਕ ਤਾਂ ਬਣ ਗਿਆ ਗੁੱਸਾ, ਉਹਦੇ ਕਾਰਨ ਬਣ ਗਏ ਦੋ। ਇੱਕ ਤਾਂ ਸੰਤਾਂ ਦੇ ਵੇਲੇ ਸਭ ਨੂੰ ਪਤਾ ਵੀ ਉਹ
ਅੰਦਰ ਖਾਤੇ ਬਹੁਤ ਵਿਰੋਧ ਕੀਤਾ, ਸਾਜ਼ਿਸ਼ਾਂ ਵੀ ਰਚੀਆਂ, ਠੀਕ ਹੈ, ਦੁਸ਼ਮਣ ਨਾਲ ਵੀ ਸੰਬੰਧ ਰੱਖੇ, ਸਭ ਕੁਝ ਕੀਤਾ, ਪਰ ਹਮਲੇ ਲਈ ਉਹ ਜ਼ਿੰਮੇਵਾਰ ਨਹੀਂ। ਇਹ ਤਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਹਮਲਾ ਕਿਵੇਂ ਹੋਇਆ। ਇਹ ਤਾਂ ਗੱਲ ਨੂੰ ਸਿਰਫ ਉਲਟੇ ਰੁਖ ਖੜਾ ਕਰ ਦੇਣਾ ਫਿਰ ਸਾਰੀ ਗੱਲ ਨੂੰ, ਵੀ ਇੰਡੀਅਨ ਸਟੇਟ ਕਿਵੇਂ ਫੰਕਸ਼ਨ ਕਰ ਰਹੀ ਸੀ। ਅਕਾਲੀ ਤਾਂ ਕਿਤੇ ਦੂਰ, ਉਹ ਕਾਂਗਰਸ ਦੇ ਹੀ ਕੋਈ ਬੰਦਿਆਂ ਨੂੰ ਨਹੀਂ ਪਤਾ ਸੀ, ਰਾਸ਼ਟਰਪਤੀ ਨੂੰ ਨਹੀਂ ਸੀ ਪਤਾ ਵੀ ਇਸ ਹੱਦ ਤੱਕ ਤਿਆਰੀਆਂ ਹੋ ਰਹੀਆਂ। ਉਹ ਤਾਂ ਬਹੁਤ ਸੀਕ੍ਰੇਟ ਲੈਵਲ 'ਤੇ ਪਲਾਨ ਹੋਇਆ। ਅਕਾਲੀਆਂ ਦੇ ਕਹੇ ਜੇ ਸਟੇਟ ਕੰਮ ਕਰਨ ਲੱਗ ਗਈ ਨਾ, ਫਿਰ ਚੱਲ ਗਈ ਸਟੇਟ। ਸੰਤਾਂ ਨੂੰ ਇਲਮ ਸੀ, ਸੰਤਾਂ ਨੂੰ ਇਲਮ ਸੀਗਾ, ਬਹੁਤ ਦੇਰ ਪਹਿਲਾਂ ਕਹਿਤਾ ਸੀ ਉਹਨਾਂ ਨੇ। ਸੰਤਾਂ ਨੇ ਤਾਂ ਬਹੁਤ, ਉਹ ਤਾਂ ਖੈਰ ਚੱਲੋ, ਇੱਕ ਜਿਹੜੀ ਹੈ ਨਾ ਜਿਹਨੂੰ ਮੈਂ ਗੱਲ ਸੂਖਮ ਦ੍ਰਿਸ਼ਟੀ ਦੀ ਗੱਲ ਕਹਿਣੇ ਆ, ਉਹ ਅੱਖ ਹੋਰ ਸੀਗੀ, ਉਹ ਦ੍ਰਿਸ਼ਟੀ ਹੋਰ ਸੀ। ਉਹ ਸਾਨੂੰ ਸਿਰਫ ਦ੍ਰਿਸ਼ਟਮਾਨ ਚੀਜ਼ਾਂ ਦਿਖਦੀਆਂ, ਅਤੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ, ਬ੍ਰਹਮ ਗਿਆਨੀ ਕਹਿ ਲਓ, ਕੁਛ ਕਹਿ ਲਓ, ਉਹਨਾਂ ਨੂੰ ਇਕੱਲਿਆਂ ਦ੍ਰਿਸ਼ਟਮਾਨ ਨਹੀਂ, ਜੋ ਵਕਤ ਦੇ ਕਿਤੇ ਲੁਕੀਆਂ ਪਈਆਂ ਗੱਲਾਂ ਅਦ੍ਰਿਸ਼ਟ, ਉਹਨਾਂ ਦਾ ਗਿਆਨ ਹੋ ਜਾਂਦਾ ਹੈ। ਇਹ ਜਿਹੜੇ ਤਰਕਸ਼ੀਲ ਨੂੰ ਇਸ ਗੱਲ ਦਾ ਮਖੌਲ ਉਡਾਉਣਗੇ, ਪਰ ਜ਼ਿੰਦਗੀ ਨੇ ਕਿੰਨੀ ਵਾਰ ਇਹ ਦਿਖਾਇਆ ਇਤਿਹਾਸ ਦੇ ਵਿੱਚ, ਹਰ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਨੂੰ ਗੱਲਾਂ ਦਾ ਅਨੁਮਾਨ ਲੱਗ ਜਾਂਦਾ ਹੈ, ਜਾਂ ਫਿਰ ਉਹ ਸਿੱਧੜ ਦਲੀਲ ਦਿੰਦੇ ਨੇ ਵੀ ਜੇ ਉਹਨੂੰ ਪਤਾ ਸੀ ਫਿਰ ਉਹਦਾ ਇੰਤਜ਼ਾਮ ਕਿਉਂ ਨਾ ਕੀਤਾ ਜੀ। ਇਹਦੀ ਮੈਂ ਸਭ ਤੋਂ ਘਟੀਆ ਉਦਾਹਰਨ ਦਿੰਦਾ, ਇੱਥੇ ਘਟੀਆ ਮੈਨੂੰ ਤਾਂ ਕਹਿਣਾ ਕਿ ਇੱਕ ਸਿੱਖ ਇਤਿਹਾਸਕਾਰ ਨੇ ਜਿਹਦਾ ਬਹੁਤ ਹੀ ਨਾਮ ਹੈ, ਬਹੁਤ ਲਿਖਿਆ, ਉਹਨੇ ਕਿਤਾਬਾਂ ਦੇ ਢੇਰ ਲਾਏ ਨੇ। ਉਹਨੇ ਇਹ ਲਿਖਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਘੇਰਾ ਪਿਆ ਆਨੰਦਗੜ੍ਹ ਦੇ ਕਿਲ੍ਹੇ 'ਚ, ਉਹਦੇ 'ਚ ਜਿਹੜਾ ਸੂਬਾ ਸਰਹੰਦ ਸੀ ਵਜੀਦ ਖਾਂ, ਉਹਨੇ ਇੱਕ ਚਿੱਠੀ ਜਾਲੀ ਔਰੰਗਜ਼ੇਬ ਦੇ ਨਾਂ 'ਤੇ ਬਣਾ ਕੇ ਗੁਰੂਆਂ ਕੋਲੇ ਪਹੁੰਚਾਤੀ ਵੀ ਤੂੰ ਇੱਥੋਂ ਨਿਕਲਿਆ ਅਤੇ ਆਪਾਂ ਫਿਰ ਉੱਥੇ ਮਿਲਾਂਗੇ। ਉਹ ਤਾਂ ਕਹਿੰਦਾ ਚਮਕੌਰ ਦੀ ਗੱਡੀ ਜਾਂ ਕਿਤੇ ਵੀ ਚੱਲੋ, ਅਤੇ ਉਹ ਕਹਿੰਦਾ ਵੀ ਗੁਰੂਆਂ ਨੂੰ ਪਤਾ ਨਾ ਲੱਗਿਆ ਵੀ ਇਹ ਜਾਲੀ ਸੀ। ਸੋ ਉਹ ਉਸ ਝਾਂਸੇ 'ਚ ਆ ਗਏ। ਹੁਣ ਤੁਸੀਂ ਇਹ ਦੇਖੋ, ਮਤਲਬ ਵੀ ਬੰਦਾ ਗੁਰੂ ਬਾਰੇ ਕੀ, ਗੁਰੂ ਕੀ ਹੈ। ਇਤਿਹਾਸਕਾਰ ਕੌਣ ਨੇ? ਨਾਵਾਂ 'ਚ ਆਪਾਂ ਨਾ ਜਾਈਏ, ਇਹ ਬੰਦਿਆਂ ਨੂੰ ਖੋਜ ਲੈਣਾ ਚਾਹੀਦਾ। ਹੁਣ ਵੀ ਪਿਛਲੀ ਵਾਰ ਮੈਂ ਇੱਕ ਚੈਨਲ ਵਾਲੇ ਦੀ ਗੱਲ ਕੀਤੀ ਸੀ, ਬੰਦੇ ਅੰਦਾਜ਼ੇ ਲਾਈ ਜਾਂਦੇ, ਕੌਣ ਆ ਚੈਨਲ, ਉਸੇ ਕਾਰਨ ਕਰਕੇ ਥੋੜ੍ਹੀ ਜਿਹੀ ਖੇਚਲ ਕਰੋ, ਪਤਾ ਲੱਗ ਜੂਗਾ। ਨਾਲੇ ਇਹ ਇੰਪੋਰਟੈਂਟ ਨਹੀਂ, ਗੱਲ ਇੰਪੋਰਟੈਂਟ ਹੈ, ABC ਕੋਈ ਕਹੇ ਇਹ ਗੱਲ। ਸੋ ਜਿਹਦਾ ਮਤਲਬ ਜਿਹੜੀ ਗੁਰੂ ਦੀ ਇੱਕ ਡਿਵਾਈਨ ਗ੍ਰੇਸ ਹੈ, ਇਲਾਹੀ ਅਜ਼ਮਤ ਹੈ ਗੁਰੂ ਦੀ, ਉਹ ਤਾਂ ਉਹਦੇ ਮਨ 'ਚ ਭੋਰਾ ਵੀ ਨਹੀਂ। ਉਹਦੇ ਵਾਸਤੇ ਗੁਰੂ ਇੱਕ ਬੰਦਾ ਹੈ, ਜਿਵੇਂ ਦੂਜੇ ਲੋਕ ਝਾਂਸੇ 'ਚ ਆ ਸਕਦੇ ਨੇ, ਉਹ ਮਤਲਬ ਉਹਨਾਂ ਨੂੰ ਚੱਕਮਾ ਦਿੱਤਾ ਜਾ ਸਕਦਾ ਉਵੇਂ ਉਹਨੂੰ। ਸੇਮ ਗੱਲਾਂ ਲੋਕ ਸੰਤਾਂ ਬਾਰੇ ਕਰ ਰਹੇ ਨੇ। ਇਹ ਆਪਾਂ ਕਿਸੇ ਫੇਰ ਮੌਕੇ ਕਰਾਂਗੇ। ਆ ਜਿਹੜੀ ਸਿੱਖ ਕੌਕਸ ਵਾਲੀ ਗੱਲ ਜੀ ਚਲਾਈ ਸੀ ਨਾ ਬੰਦਿਆਂ ਨੇ, ਉਹਦੇ 'ਚ ਇੱਕ ਰੈਫਰੈਂਸ ਆਇਆ ਜਸਵੰਤ ਸਿੰਘ ਭੁੱਲਰ ਦਾ, ਮੇਜਰ ਜਨਰਲ, ਜਿਹੜਾ ਅਮਰੀਕਾ ਗਿਆ, ਵੀ CO ਏਜੰਸੀਆਂ ਨੇ ਫਿੱਟ ਕੀਤਾ ਸੰਤਾਂ ਦੇ, ਅਤੇ ਉਦੋਂ ਪਹਿਲਾਂ ਨਿਕਲ ਕੇ ਫਿਰ ਉਹਨੇ ਉੱਥੇ ਜਾ ਕੇ ਕੀਤਾ। ਮਤਲਬ ਮੈਂ ਇੱਥੇ ਆਪਾਂ ਜੇ ਇਹ ਮਸਲਾ ਨਹੀਂ ਖੋਲ੍ਹਦੇ, ਇਹ ਜਿਹੜੀ ਇੰਨੀ ਸਿੱਧੜ ਦ੍ਰਿਸ਼ਟੀ ਬਣ ਗਈ ਨਾ ਵੀ ਹਰ ਬੰਦੇ ਨੂੰ ਵੀ ਏਜੰਸੀਆਂ ਦਾ ਸੀ। ਮਤਲਬ ਫਿਰ ਤਾਂ ਏਜੰਸੀਆਂ ਪਤਾ ਨਹੀਂ, ਮਤਲਬ ਇੰਨੇ ਬੰਦਿਆਂ ਨਾਲ ਉਹ ਕੰਮ ਕਰਨਗੀਆਂ। ਬੰਦੇ 'ਚ ਅਯੋਗਤਾ ਹੋ ਸਕਦੀ ਹੈ। ਜਸਵੰਤ ਸਿੰਘ ਭੁੱਲਰ 'ਚ ਜੋ ਉਹਨੇ ਰੋਲ ਅਸਿਊਮ ਕਰ ਲਿਆ ਵੀ ਮੈਂ ਨਿਭਾਊਂਗਾ, ਉਹਨੇ ਯੋਗਾ ਕਿਸੇ ਪੱਖੋਂ ਵੀ ਨਹੀਂ ਸੀ, ਨਾ ਅਖਲਾਕ ਪੱਖੋਂ ਨਾ ਦ੍ਰਿਸ਼ਟੀ ਪੱਖੋਂ, ਉਹਦੇ 'ਚ ਯੋਗਤਾ ਨਹੀਂ ਸੀ। ਅਤੇ ਜਦੋਂ ਬੰਦੇ 'ਚ ਯੋਗਤਾ ਨਾ ਹੋਵੇ, ਲੈ ਲੈ ਜ਼ਿੰਮੇਵਾਰੀ, ਫਿਰ ਜਾਂ ਤਾਂ ਇਮਾਨਦਾਰ ਹੋਊ ਤਾਂ ਮੰਨ ਜੂ, ਨਹੀਂ ਉਹ ਝੂਠ ਬੋਲ ਆਸਰਾ ਲੈਣ ਲੱਗ ਜੂ। ਝੂਠ ਬੋਲਣਾ, ਜਦੋਂ ਝੂਠ ਬੋਲੋ ਉਹਦਾ ਸ਼ੱਕ ਹੋਰ ਖੜੇ ਹੋਣਗੇ। ਹੁਣ ਉਹਦੇ ਕੋਲ ਇੱਕ ਚਿੱਠੀ ਸੀ, ਕਹਿੰਦਾ ਜੇਬ 'ਚ ਰੱਖੀ, ਦਿਖਾਉਂਦਾ ਹੈ ਨਹੀਂ ਸੀ, ਕਹਿੰਦਾ ਮੈਨੂੰ ਸੰਤ ਭਿੰਡਰਾਂ ਨੇ ਦਿੱਤੀ ਚਿੱਠੀ ਹੈ। ਚਿੱਠੀ ਉਹ ਲੌਂਗੋਵਾਲ ਦੀ ਸੀ, ਸੰਤ ਕਹਿ ਦਿੰਦਾ ਸੀ ਬਸ, ਭਿੰਡਰਾਂ ਵਾਲਾ ਵੀ ਨਹੀਂ, ਇਹ ਸੰਤਾਂ ਨੇ ਮੈਨੂੰ ਚਿੱਠੀ ਦਿੱਤੀ ਹੈ। ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਾ, ਉਹ ਸ਼ੱਕ ਵਧਾ ਦਿੰਦੀਆਂ। ਸੋ ਮੇਰੀ ਇਹ ਧਾਰਨਾ ਵੀ ਸੰਤਾਂ ਦੇ ਆਲੇ ਦੁਆਲੇ ਕੋਈ CID ਦਾ ਬੰਦਾ ਨਹੀਂ ਸੀ, ਹੋ ਹੀ ਨਹੀਂ ਸਕਦਾ ਸੀ। ਫਿਰ ਉਹ ਇੰਨੀ ਮਾਰ ਨਾ ਖਾਂਦੇ, ਉਹਨਾਂ ਨੂੰ ਸਭ ਕੁਝ ਦਾ ਪਤਾ ਹੁੰਦਾ। ਹਾਂ, ਨਾਲੇ ਫਿਰ ਸੰਤ ਕੀ, ਜਿਹਨੂੰ ਕੋਈ ਐਂ ਮੂਰਖ ਬਣਾ ਗਿਆ ਨੇੜੇ ਹੋ ਕੇ, ਇਹ ਤਾਂ ਬੰਦਿਆਂ ਨੂੰ ਮਤਲਬ ਹੈ ਨਹੀਂ ਮਨ ਦੇ ਵਿੱਚ ਕੋਈ ਉਹ ਜਿਹਾ ਸੋਹਜ ਜਿਹੜਾ ਨਾ ਇੱਕ ਸਤਿਕਾਰ ਬੰਦਿਆਂ, ਕਿਉਂਕਿ ਸਮਝ ਨਹੀਂ ਉਹਦੇ 'ਚੋਂ ਨਿਕਲਦੀਆਂ ਇਹ ਗੱਲਾਂ। ਅਕਾਲੀ ਆਗੂਆਂ ਦੇ ਕਹੇ ਮਤਲਬ ਉਹ ਨਹੀਂ ਹੋਇਆ ਜਿਹੜਾ ਮੇਰੇ ਕਹਿਣ ਤੋਂ। ਅਕਾਲੀ ਆਗੂ ਦੋਸ਼ੀ ਹੈ, ਬਹੁਤ ਵੱਡੇ ਦੋਸ਼ੀ ਨੇ, ਪਰ ਜਿੰਨਾ ਕੁ ਉਹਨਾਂ ਦਾ ਦੋਸ਼ ਹੈ ਓਨਾ ਕੀ
ਦੱਸਿਆ ਜਾਵੇ, ਉਸ ਹਿਸਾਬ ਨਾਲ ਉਹਨਾਂ ਪ੍ਰਤੀ ਰਵੱਈਆ ਬਣੇ। ਸੋ ਮੈਂ ਇੱਥੇ ਗੱਲ ਕਰ ਰਿਹਾ ਸੀ ਵੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੱਕ ਤਾਂ ਇਹਨਾਂ ਪ੍ਰਤੀ ਫਿਰ ਉਹ ਜਿਹੜੇ ਪਹਿਲੀ ਸਿੱਖ ਤਾਂ ਹਾਲਾਤ ਬਦਲ ਗਏ ਨਾ, ਨਿਸ਼ਾਨੇ ਦੀ ਸਾਂਝ ਟੁੱਟ ਗਈ। ਦੂਜੀ ਗੱਲ, ਗੁੱਸਾ ਬਹੁਤ ਸੀ, ਕਿਉਂਕਿ ਇਹਨਾਂ ਨੇ ਅਕਾਲੀਆਂ ਦੇ ਖਿਲਾਫ ਇਹਨਾਂ ਨੇ ਹਮਲਾ ਨਾ ਕਰਵਾਇਆ ਹੋਵੇ। ਦੋ ਗੱਲਾਂ ਤਾਂ ਕੀਤੀਆਂ ਨਾ, ਅਕਾਲੀਆਂ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ, ਸ਼ਰੇਆਮ ਬੰਦੇ ਮਰਵਾਏ, ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਕਰਨ ਦੀ ਅਜੇ ਸੀਗੀ। ਇਹ ਤਾਂ ਜੱਗ ਜ਼ਾਹਰ ਹੈ ਨਾ, ਜਿਹੜਾ ਲੌਂਗੋਵਾਲ ਧੜਾ ਹੈ। ਅਤੇ ਦੂਜੀ ਗੱਲ, ਉਦੋਂ ਬਾਅਦ ਉਹਦੀ ਵੀ ਚਲੋ ਹੁਣ ਸੰਤ ਪਾਸੇ ਹੋ ਗਿਆ ਅਤੇ ਹੁਣ ਤਾਂ ਦਿਓ ਸਾਨੂੰ ਸਤਾ, ਨਾਲ ਦੀ ਨਾਲ ਮਤਲਬ ਭੱਜ ਲਏ ਦਿੱਲੀ ਨੂੰ ਗੁਪਤ। ਉਹ ਹੁਣ ਜਦੋਂ ਬੰਦੇ ਇੱਕ ਪਾਸੇ ਜਿਹੜਾ ਐਡਾ ਵੱਡਾ ਕੌਮ ਦਾ ਅਪਮਾਨ ਹੋ ਗਿਆ, ਉਹ ਤਾਂ ਉਹ ਅਪਮਾਨ ਦਾ ਬਦਲਾ ਲੈਣ ਵਾਸਤੇ ਜਾਂ ਇੱਕ ਖੁੱਸੀ ਹੋਈ ਸ਼ਾਨ ਨੂੰ ਬਹਾਲ ਕਰਨ ਵਾਸਤੇ ਉਹ ਤਾਂ ਬੰਦੇ ਘਰਾਂ ਤੋਂ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਤੁਰ ਪਏ, ਜਿਹੜੇ ਉਹ ਮਾਫ ਕਰਨਗੇ ਇਹੋ ਜਿਹੇ ਸੈਕਸ਼ਨ ਨੂੰ। ਸੋ ਮੈਂ ਉੱਥੇ ਗੱਲ ਕਰ ਰਿਹਾ ਸੀ ਵੀ ਜਿਹੜੀ ਉਹ ਕਮਿਟਮੈਂਟ ਜੋ ਉਹਨਾਂ ਦੀ ਸੀ, ਉਹ ਉਹੀ ਮੰਗ ਕਰਦੇ ਹੁੰਦੇ ਨੇ ਉਦੋਂ। ਚੱਲ ਕੋਈ ਬੰਦਾ ਨਹੀਂ ਤੁਰ ਸਕਦਾ, ਉਹ ਕਹਿ ਦੇ ਵੀ ਮੇਰੇ 'ਚ ਨਹੀਂ, ਉਦੋਂ ਉਲਟ ਚੱਲ ਪਏ। ਅਤੇ ਫਿਰ ਉਹ ਇਹ ਇੱਛਾ ਪਾਲਣ ਲੱਗ ਜਾਂਦਾ ਵੀ ਇਹ ਮਰਨ, ਇਹ ਕਮਜ਼ੋਰ ਹੋਣ, ਇਹ ਖਤਮ ਹੋਣ ਅਤੇ ਮੇਰਾ ਸਤਾ ਦਾ ਰਾਹ ਪੱਧਰਾ। ਅਕਾਲੀਆਂ ਦੀ ਜਿਹੜੀ ਸਭ ਤੋਂ ਦੋਸ਼ ਵੱਡਾ ਬਣਿਆ ਉਦੋਂ ਬਾਅਦ ਉਹ ਇਹ ਸੀ, ਮਨ 'ਚੋਂ ਆਹ ਗੱਲ ਨਹੀਂ ਗਈ, ਰੱਸੇ ਤਰਾਉਂਦੇ ਰਹੇ ਵੀ ਕਿਵੇਂ ਨਾ ਕਿਵੇਂ ਸਾਨੂੰ ਕਦੋਂ ਮੌਕਾ ਮਿਲੇ। ਇਸ ਗੱਲ ਨੇ ਫਿਰ ਇੱਕ ਗੁੱਸਾ ਪੈਦਾ ਕੀਤਾ ਅਤੇ ਉਹਨਾਂ ਨੂੰ ਸਿਚੁਏਸ਼ਨ ਦੀ ਸਮਝ ਵੀ ਨਹੀਂ ਆਈ। ਉਹਨਾਂ ਨੂੰ ਇਹ ਸੀ ਵੀ ਹੁਣ ਸੰਤ ਗਿਆ, ਇੰਨੇ ਬੰਦੇ ਮਰ ਗਏ, ਇਕੱਲੇ ਉਹਨੂੰ ਨਹੀਂ ਬਹੁਤ ਲੋਕਾਂ ਨੂੰ ਇਹ ਸੀ ਵੀ ਹੁਣ ਥੋੜ੍ਹਾ ਲਹਿਰ ਖੜੀ ਹੋ ਜਾਊਗੀ। ਜਿਹਨੂੰ ਸਿੱਖੀ ਦੀ ਨਹੀਂ ਸਮਝ, ਜਿਹਨੂੰ ਪੰਜਾਬ ਦੀ ਮਿੱਟੀ ਦੀ ਤਸੀਰ ਦੀ ਸਮਝ ਨਹੀਂ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿੱਥੋਂ ਜੰਮ ਪੈਂਦੀ ਹੈ ਫਿਰ ਲਹਿਰ, ਰਾਖ 'ਚੋਂ ਵੀ ਕਿਵੇਂ ਪੈਦਾ ਹੋ ਜਾਂਦੀ ਹੈ ਨਾ। ਉਹਨਾਂ ਨੂੰ ਇਹ ਨਹੀਂ ਸੀ। ਮੈਨੂੰ ਯਾਦ ਆ ਮਤਲਬ ਜੋ ਜੇਲ੍ਹਾਂ 'ਚੋਂ ਆਏ ਨੇ ਇਹ ਲੌਂਗੋਵਾਲ, ਟੌੜੇ ਦਾ ਮੈਨੂੰ ਯਾਦ ਆ ਵੀ ਟੌੜਾ ਹਾਲਾਂਕਿ ਕਾਫੀ ਹਮਦਰਦੀ ਰੱਖਦਾ ਸੀ ਸੰਤਾਂ ਪ੍ਰਤੀ, ਸੰਤਾਂ ਨਾਲ ਸੀ ਉਹਦੀ, ਪਰ ਦੂਜਿਆਂ ਨੂੰ ਟਿੱਚ ਸਮਝਦਾ ਸੀ ਵੀ ਇਹ ਕਿਹੜੇ ਬੰਦੇ ਨੇ ਯਾਰ ਫੈਡਰੇਸ਼ਨ ਵਾਲੇ। ਸੋ ਦਰਬਾਰ ਸਾਹਿਬ ਗਿਆ, ਫੈਡਰੇਸ਼ਨ ਵਾਲਿਆਂ ਨੇ ਮੁਜ਼ਾਹਰਾ ਕੀਤਾ, ਗੁੱਸਾ ਸੀਗਾ, ਮੁਰਦਾਬਾਦ ਦੇ ਨਾਅਰੇ ਲਾਏ, ਅਕਾਲੀਆਂ ਦੇ ਖਿਲਾਫ ਗੁੱਸਾ ਬਹੁਤ ਸੀ। ਮਤਲਬ ਉਹ ਜੁੱਤੋ ਜੁੱਤੀ ਹੋਇਆ ਉੱਥੇ, ਤੱਪੜੋ ਤੱਪੜੀ ਮਾਰਨ ਤੱਕ, ਜਿਵੇਂ ਥੱਪੜ ਮਾਰਨ ਤੱਕ। ਜਿਹੜਾ ਇਹ ਧੌਣ 'ਚ ਕਿੱਲਾ ਸੀ ਨਾ ਅਕਾਲੀਆਂ ਦੇ, ਜਿਹੜੀ ਫਿਰ ਉਹਨਾਂ ਦੀ ਭਾਸ਼ਾ ਬੋਲਬਾਣੀ, ਉਹਨੇ ਹੋਰ ਪ੍ਰਵੋਕ ਕੀਤਾ। ਸੋ ਜੇ ਉਹਨਾਂ 'ਤੇ ਹਮਲੇ ਹੋਏ, ਜੇ ਉਹ ਮਾਰੇ ਗਏ, ਤਾਂ ਦੋ ਗੱਲਾਂ ਕਰਕੇ ਸੀ, ਇੱਕ ਉਹਨਾਂ ਦੀ ਬੋਲਬਾਣੀ, ਇੱਕ ਉਹਨਾਂ ਨੂੰ ਉੱਧਰੋਂ ਵਰਜਣਾ। ਪੰਜਾਬ ਦਾ ਮੇਹਰ ਸਿੰਘ ਮੈਂ ਇਹ ਕਰੈਕਟਰ ਦੇਖਿਆ, ਬਹੁਤ ਫਰਕ ਹੈ। ਬੰਗਾਲ ਦੇ ਵਿੱਚ ਵੀ ਲਹਿਰ ਚੱਲੀ ਉਸ ਮੌਕੇ ਜਦੋਂ ਗਦਰ ਲਹਿਰ ਚੱਲੀ ਹੈ, ਉਹਨਾਂ ਦੀ ਇਨਕਲਾਬੀ ਲਹਿਰ, ਉਹਨਾਂ ਦੇ ਨਰਮਪੰਥੀ ਅਤੇ ਗਰਮਪੰਥੀ ਆਗੂਆਂ ਦੇ ਵਿੱਚ ਬੜਾ ਸਹਿਚਾਰ ਜਿਹਾ ਚੱਲਿਆ, ਕਿਤੇ ਨੌਬਤ ਹੀ ਨਹੀਂ ਆਈ ਇੱਕ ਦੂਜੇ ਨੂੰ ਮਾਰਨ ਦੀ। ਸਾਡੇ ਤਾਂ ਇਹ ਪੰਜਾਬ ਦੇ ਕਲਚਰ 'ਚ ਇਹ ਗੱਲ ਹੈ ਵੀ ਜਿਹਨੇ ਫਿਰ ਗਦਾਰੀ ਕਰਨੀ ਆ ਨਾ, ਉਹ ਵੀ ਫਿਰ ਐ ਸਿਰੇ ਮੌਤ ਦਾ। ਸੋ ਇੱਥੇ ਜੇ ਮੌਤ ਦਾ ਭੈ ਨਹੀਂ ਹੋ, ਤੁਸੀਂ ਕਹੋ ਨਾ ਬੰਦੇ ਨੂੰ ਹੀ ਸਮਝਾ ਲਾਂਗੇ ਅਸੀਂ ਜਾਂ ਕਨਵਿੰਸ ਕਰਾ ਲਾਂਗੇ, ਇੱਥੇ ਤਾਂ ਬੰਦੇ KPS ਗਿੱਲ ਦਾ ਵਰਤਾਰਾ, ਪੰਜਾਬ ਪੁਲਿਸ ਦਾ ਸਾਰਾ ਵਰਤਾਰਾ। ਸੋ ਥਾਪੀ ਚਾਹੀਦੀ ਆ, ਸਤਾ ਕੋਈ ਲਾਲਸਾ ਗਾਹਾਂ ਚੀਜ਼ ਦਿਸਣੀ ਚਾਹੀਦੀ ਹੈ ਵੀ ਇਹਨਾਂ ਨੂੰ ਐਂ ਮਾਰ ਕੇ ਮੈਨੂੰ ਆਹ ਹਾਸਲ ਹੋ ਜਾਏ, ਉਹ ਨਹੀਂ ਬਾਜ ਆਉਣਗੇ ਬੰਦੇ। ਇਹ ਇੱਕ ਇੱਥੋਂ ਦਾ ਫਰਕ ਹੈ। ਸੋ ਆਹ ਇੱਕ ਸਿਚੁਏਸ਼ਨ ਸੀ ਜਿਹਦੇ 'ਚੋਂ ਕੁਛ ਅਕਾਲੀ ਆਗੂਆਂ 'ਤੇ ਹਮਲੇ ਹੋਏ, ਕੁਛ ਮਾਰੇ। ਸੰਤ ਜਿਵੇਂ ਪੇਸ਼ ਆਉਂਦੇ, ਬਾਕੀ ਵਿੱਚ ਸੈਕਸ਼ਨ ਸੀ ਬਹੁਤ ਅਕਾਲੀਆਂ ਦੇ ਹੇਠਾਂ ਜਿਹੜਾ ਬਕਾਇਦਾ ਹਮਦਰਦੀ ਰੱਖਦਾ ਸੀ, ਉਹਨਾਂ ਨੇ 18 ਦਿੱਤੀਆਂ, ਮਦਦ ਕੀਤੀ, ਹਰ ਪੱਖ ਤੋਂ ਮਦਦ ਕੀਤੀ। ਇਹ ਨਹੀਂ, ਕੁਛ ਕੁ ਲੀਡਰ ਸੀਗੇ ਜਿਹੜੇ ਇਸ ਤਰ੍ਹਾਂ ਦੇ। ਅਤੇ ਬਾਦਲ ਸੀਗਾ ਬਹੁਤ ਚਲਾਕ। ਮਤਲਬ ਬਾਦਲ ਦਾ ਤੁਸੀਂ ਪੜ੍ਹੋ ਵੀ ਜਦੋਂ ਇਹ ਜੇਲ੍ਹ 'ਚ ਸੀਗਾ ਆਪਣਾ ਮੱਧ ਪ੍ਰਦੇਸ਼ ਦੇ ਵਿੱਚ, ਇਹਨੂੰ ਕੰਟੈਕਟ ਕਰਨ ਦੇ ਸੈਂਟਰ ਨੇ ਇੰਨੇ ਯਤਨ ਕੀਤੇ, ਕੁੰਡਾ ਹੀ ਨਹੀਂ ਸੀ ਖੋਲ੍ਹਦਾ ਆਪਦੇ ਕਮਰੇ ਦਾ। ਮੈਂ ਗੱਲ ਕਰਨੀ ਨਹੀਂ, ਇਹਨੂੰ ਪਤਾ ਸੀ ਵੀ ਹੁਣ ਜਿਹੜਾ ਗੱਲ ਕਰੂ ਨਾ ਉਹ ਤਾਂ ਮੌਤ ਤੋਂ ਬਚਣਾ ਹੀ ਨਹੀਂ ਉਹਨੇ। ਮੇਰੇ ਨਾਲ ਗੁੱਸਾ ਹੈ ਕੌਮ ਦੇ ਵਿੱਚ, ਇਹਨੂੰ ਇੰਨੀ ਗੱਲ ਦਾ ਪਤਾ ਸੀ। ਹੋਰ ਇਹ ਨਹੀਂ ਵੀ ਇਹਦਾ ਕੋਈ ਜਜ਼ਬਾ ਸੀ, ਇਹਨੂੰ ਮੌਤ ਦਾ ਭੈ ਸੀ। ਲੌਂਗੋਵਾਲ ਮੂਰਖ ਹੋ ਗਿਆ ਜਾਂ ਬਣਾ ਲਿਆ ਉਹ ਬੰਦਿਆਂ ਨੇ ਹੋਰ।
ਤੇ ਮੂਰਖ ਜੇ ਕੋਈ ਦੂਜਾ ਬਣਾਉਂਦਾ ਤਾਂ ਉਹ ਕਮਜ਼ੋਰ ਬੰਦੇ ਨੂੰ ਬਣਾ ਸਕਦਾ, ਹੋਰ ਕਿਸੇ ਨੂੰ ਨਹੀਂ ਬਣਾ ਸਕਦਾ। ਸੋ ਇਹ ਇੱਕ ਜਿਹੜਾ ਹੈਗਾ ਵਾਪਰਿਆ, ਮਤਲਬ ਜਦੋਂ ਬੰਦੇ ਮਤਲਬ ਇਹ ਸੀ ਵੀ ਯਾਰ ਲਾਸ਼ਾਂ ਤੇ ਪੈਰ ਰੱਖ ਕੇ ਵੀ ਜੇ ਸਤਾ ਮਿਲਦੀ ਹੈ, ਇਹੀ ਗੱਲ ਮੁੜ ਕੇ ਲਹਿਰ ਦੇ ਅੰਦਰ ਵੀ ਵਾਪਰੀ। ਇਹ ਚੀਜ਼ ਨੂੰ ਵਾਜਬ ਠਹਿਰਾਇਆ ਜਾ ਸਕਦਾ? ਕਿਹੜੀ ਨੂੰ? ਜਿਹੜੀ ਲਹਿਰ ਦੇ ਜਿਹੜੇ ਆਗੂ ਸੀਗੇ ਉਹਨਾਂ ਦਾ ਰਵੱਈਆ ਜੋ ਸੀ। ਵਾਜਬ ਤੇ ਕਿਹੜੀ ਗੱਲ ਵਾਜਬ, ਕਿਹੜੀ ਗੈਰ ਵਾਜਬ, ਇਹਦੇ ਬਾਰੇ ਤਾਂ ਨਿਰਣਾ ਕਰਨਾ ਬੜਾ ਔਖਾ ਹੁੰਦਾ। ਕਿਉਂਕਿ ਸੰਤਾਂ ਨੇ, ਜੇ ਆਪਾਂ ਦੇਖੀਏ, ਸੋਚ ਤਾਂ ਇਹਨਾਂ ਦੀ ਸੰਤਾਂ ਨੂੰ ਵੀ ਕਲੀਅਰ ਸੀ ਵੀ ਉਹ ਕੀ ਸੀਗਾ। ਨਹੀਂ, ਉਦੋਂ ਮੈਂ ਤੁਹਾਨੂੰ ਦੱਸਿਆ ਇੱਕ ਸਾਂਝ ਸੀ, ਉਦੋਂ ਇਸ ਹੱਦ ਤੱਕ ਨਹੀਂ ਜਾਂਦੇ ਸੀਗੇ। ਇੱਕ ਡੰਡਾ ਸੀ, ਇੱਕ ਫੀਅਰ ਸੀ, ਮੋਰਲ ਫੀਅਰ। ਸੰਤਾਂ ਦੇ ਜਾਣ ਤੋਂ ਬਾਅਦ ਇਹਨਾਂ ਦਾ ਡਰ ਚੁੱਕਿਆ ਗਿਆ। ਮੈਂ ਜਿੱਥੇ ਗੱਲ ਕਰ ਰਿਹਾ ਨਾ, ਪੰਜਾਬ 'ਚ ਜਿਹੜਾ ਡਰ ਹੈ, ਡਰ ਤੋਂ ਬਿਨਾਂ ਮਤਲਬ ਬੰਦਾ, ਇੱਥੇ ਤਾਂ ਬੰਦੇ ਕੁਛ ਵੀ ਤੁਹਾਡੇ ਗਲਾਂ ਨੂੰ ਆਉਣਗੇ ਜੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੋਊਗਾ। ਇਸ ਕਰਕੇ ਸੰਤਾਂ ਦੇ ਵੇਲੇ ਡਰ ਸੀ, ਉਹ ਡਰ ਚੁੱਕਿਆ ਗਿਆ। ਮੁੜ ਕੇ ਫਿਰ ਪਾਇਆ ਖਾੜਕੂਆਂ ਨੇ, ਪਰ ਉਹ ਡਰ ਪਾਉਣ ਵਾਸਤੇ ਇਹ ਅਣਸੁਖਾਵੀਆਂ ਕਹਿ ਲਓ, ਬਿਟਰ ਪਿੱਲ ਨਹੀਂ ਹੁੰਦੀ, ਇਹਨੂੰ ਕੌੜੀ ਦਵਾਈ ਵੀ ਰੋਗ ਠੀਕ ਕਰਨ ਵਾਸਤੇ ਲੈਣੀ ਪਊ। ਹੋਰ ਇਹਨੂੰ ਤੁਸੀਂ ਐਵੇਂ ਹਿਲਾਓ, ਸਾਰੇ ਮਾਹੌਲ ਨੂੰ, ਪ੍ਰਸੰਗ ਨੂੰ ਤੋੜ ਕੇ ਕਹੋ ਇਹ ਠੀਕ ਹੈ ਕਿ ਗਲਤ, ਨੈਤਿਕ ਤੌਰ 'ਤੇ, ਅਖਲਾਕੀ ਤੌਰ 'ਤੇ, ਸਿਆਸੀ ਤੌਰ 'ਤੇ, ਪਰ ਉਹਨੂੰ ਕੁਛ ਕਹਿ ਲਓ, ਇਹ ਅਟੱਲ ਸੀ, ਇਹ ਹੋਣਾ ਹੀ ਸੀ। ਈਵਨ ਜਿਹੜੇ ਲਹਿਰ ਦੇ ਵਿੱਚ ਬੰਦੇ, ਜਦੋਂ ਲਹਿਰ ਐਂ ਚੱਲ ਰਹੀ ਹੈ ਨਾ ਵੀ ਅਸੀਂ ਨਹੀਂ ਕੋਈ ਸਮਝੌਤਾ, ਅਸੀਂ ਤਾਂ ਆਪਦੇ ਖਾਲਿਸਤਾਨ ਤੋਂ ਉਰੇ ਜਾਂ ਆਜ਼ਾਦ ਰਾਜ ਤੋਂ ਉਰੇ ਸਾਡਾ ਕੋਈ ਟੀਚਾ ਹੀ ਨਹੀਂ। ਉਹਨੂੰ ਤੁਸੀਂ ਗਲਤ ਕਹਿ ਲਓ, ਗੱਲ ਵੱਖਰੀ ਹੈ, ਪਰ ਅਗਲੇ ਤਾਂ ਉਹ 'ਤੇ ਜਾਨਾਂ ਦੇ ਰਹੇ ਨਾ। ਸੋ ਉਦੋਂ ਕੋਈ ਬੰਦਾ ਉੱਠ ਕੇ ਵੀ ਮੈਨੂੰ ਵਿੱਚ ਦੀ ਸਤਾ ਜੀ ਮਿਲ ਜੇ ਕਿਤੇ, ਇਸ ਲਹਿਰ ਦਾ ਤਾਕਤ ਦਿਖਾ ਕੇ, ਉਹਦਾ ਬਣ ਕੇ, ਉਹ ਕੋਈ ਵੀ ਲਹਿਰ ਇਜਾਜ਼ਤ ਨਹੀਂ ਦਿੰਦੀ। ਉਹਨੂੰ ਕੌਨਫੀਡੈਂਸ 'ਚ ਲੈ ਕੇ, ਉਹ ਜਿਹੜੀ ਹਥਿਆਰਬੰਦ ਲਹਿਰ ਹੈ ਨਾ, ਉਹਦੀ ਜਿਹੜੀ ਲੀਡਰਸ਼ਿਪ ਹੈ, ਤੁਸੀਂ ਉਹਨੂੰ ਵਿਸ਼ਵਾਸ 'ਚ ਲਏ ਬਗੈਰ ਜੇ ਸੈਂਟਰ ਨਾਲ ਗੱਲਬਾਤ ਕਰਦੇ ਹੋ, ਕੋਈ ਸੌਦਾ ਕਰਦੇ ਹੋ ਜਾਂ ਲਾਲਸਾ ਪਾਲਦੇ ਹੋ, ਉਹਦਾ ਹਸ਼ਰ ਤਾਂ ਫਿਰ ਇਹ ਹੋਣਾ ਹੀ, ਹਰ ਥਾਂ 'ਤੇ ਹੋਇਆ ਹੈ। ਇਹਨਾਂ ਨੇ ਬਥੇਰਾ ਕੀਤਾ ਆਪਣਿਆਂ ਨੇ, ਧਾਮਲ ਵਾਲਿਆਂ ਨੇ। ਸੋ ਇਹ ਮੈਂ ਕਹਿੰਦਾ ਵੀ ਇਹ ਹੋਣਾ ਹੀ ਸੀ, ਉਦੋਂ ਨਹੀਂ ਸੀ ਟਲ ਸਕਦਾ। ਅੱਜ ਤੁਸੀਂ ਬਹਿ ਕੇ ਆਪਾਂ ਵੀ ਇਹ ਠੀਕ ਹੋਇਆ ਕਿ ਗਲਤ ਹੋਇਆ, ਇਹਨੂੰ ਤਾਂ ਤੁਸੀਂ ਇਹਦੇ ਕੋਈ ਇਹੋ ਜਿਹੇ ਪ੍ਰਿੰਸੀਪਲ ਤਾਂ ਹੈ ਨਹੀਂ। ਇਹ ਵੀ ਸਵਾਲ ਕਰਦੇ ਨੇ ਕਿ ਜਿਵੇਂ ਸੰਤਾਂ ਨੂੰ ਕਹਿੰਦੇ ਵੀ ਇਹ ਕਾਂਗਰਸ ਦਾ ਬੰਦਾ ਸੀਗਾ ਜਾਂ ਕੁਝ ਵੀ ਆ, ਵੀ ਉਹ ਹਮਲਾ ਜੇ ਕਰਿਆ ਤਾਂ ਸੰਤ ਦੇ ਉੱਥੇ ਬੈਠਣ ਕਰਕੇ ਕਰਿਆ। ਬਾਅਦ 'ਚ ਇਹ ਦੋਸ਼ ਲੱਗਦਾ ਰਿਹਾ ਵੀ ਜਿਹੜੀ ਲਹਿਰ ਖੜੀ ਕਰੀ ਫਿਰ ਉਹ ਅਕਾਲੀ ਆਗੂਆਂ ਨੇ ਕਰੀ, ਵੀ ਖਾਲਿਸਤਾਨ ਨਾ ਦੇ ਕੇ ਵੀ ਇਹ ਤੋਰਿਆ ਇੱਦਾਂ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹ ਤਾਂ ਬੱਚਿਆਂ ਵਾਲੀਆਂ ਗੱਲਾਂ। ਜਿਹੜਾ ਕੋਈ ਬੰਦਾ ਇਹਨਾਂ ਗੱਲਾਂ 'ਚ ਕਰਦਾ ਨਾ, ਕਾਂਗਰਸੀਆਂ ਨੇ ਕਰਵਾਈ ਜਾਂ ਅਕਾਲੀਆਂ ਨੇ ਕਰਵਾਈ, ਜਾਂ ਇਹ ਹਮੇਸ਼ਾ ਹੀ ਜਿਹੜੇ ਬੰਦੇ ਨਾ ਵੀ ਕਿਸੇ ਲਹਿਰ ਨੂੰ ਮੰਨਣਾ ਹੀ ਨਾ, ਵੀ ਇਹ ਲਹਿਰ ਦੀ ਕੋਈ ਆਪਦੀ ਤਾਕਤ ਵੀ ਹੈ, ਆਹ ਉਹਨੇ ਕਰਵਾਤੀ, ਆਹ ਉਹਨੇ ਕਰਵਾਤੀ। ਆਹ ਹੁਣ ਬੀਜੇਪੀ ਲਗਾਤਾਰ ਵੀ ਕਿਸਾਨ ਸੰਘਰਸ਼ ਤਾਂ ਹੈ ਹੀ ਨਹੀਂ, ਧਿਆਨ ਖਿਲਾਰਨ ਦੇ। ਹਾਂ, ਵੀ ਇੱਥੇ ਤਾਂ ਕਾਂਗਰਸ ਕਰਵਾ ਰਹੀ ਹੈ। ਤੁਸੀਂ ਮਤਲਬ ਇੱਕ ਤਾਂ ਉਸ ਤੋਂ ਮੁਨਕਰ ਹੋਣਾ, ਉਹਨੂੰ ਬਦਨਾਮ ਕਰਨਾ, ਤੇ ਇੱਕ ਇਹੀ ਜੀ ਥਾਂ 'ਤੇ ਧਲਕਾ ਦੇਣਾ ਵੀ ਲੋਕਾਂ ਦੇ ਵਿੱਚ ਕਨਫਿਊਜ਼ਨ ਪੈਦਾ ਹੋ, ਟੀਚੇ ਤੋਂ ਦੂਰ ਹੋ ਜਾਣਾ। ਹਾਂ, ਸੋ ਇਹ ਮੰਨਣੀ ਹਕੀਕਤ ਨੂੰ ਨੰਗੀ ਅੱਖ ਨਾਲ, ਇਹਦੇ ਵਾਸਤੇ ਵੀ ਇੱਕ ਮੋਰਲ ਆਤਮਿਕ ਬਲ ਵੀ ਚਾਹੀਦਾ ਹੈ ਤੇ ਇਮਾਨਦਾਰੀ ਚਾਹੀਦੀ, ਉਹ ਨਹੀਂ ਹੁੰਦੀ। ਇੱਥੇ ਹੀ ਚੱਲਦੇ ਅੱਗੇ ਜਾ ਕੇ ਇਹ ਠੀਕ ਹੈ, ਅਕਾਲੀਆਂ ਨੇ ਬਹੁਤ ਨੇ ਹੇਠਾਂ ਪਨਾਹਾਂ ਦਿੱਤੀਆਂ, ਈਵਨ ਕਾਂਗਰਸੀਆਂ ਨੇ ਦਿੱਤੀਆਂ, ਈਵਨ ਕੁਛ ਕਮਿਊਨਿਸਟਾਂ ਨੇ ਵੀ ਦਿੱਤੀਆਂ। ਮੈਂ ਇਹ ਤੇ ਚੱਲਦਾ ਹੁੰਦਾ ਲਹਿਰ, ਉਹ ਲਹਿਰ ਬਹੁਤ ਵਿਆਪਕ ਸੀ, ਤੁਸੀਂ ਅੱਜ ਨਹੀਂ ਸਮਝ ਸਕਦੇ। ਅੱਜ ਦੇ ਮਾਹੌਲ 'ਚ ਖੜ ਕੇ ਤੁਹਾਨੂੰ ਬੜੀ ਹੈਰਾਨੀ ਵਾਲੀ ਲੱਗੂ, ਕਮਿਊਨਿਸਟਾਂ ਨੇ ਵੀ ਦਿੱਤੀਆਂ, ਕੁਛ ਕਮਿਊਨਿਸਟਾਂ ਨੇ ਵੀ 18 ਹਮਦਰਦੀਆਂ ਲੁਕਮੀਆਂ ਇੰਨੀਆਂ ਜੁੜ ਗਈਆਂ ਸੀਗੀਆਂ ਬੰਦਿਆਂ ਦੀਆਂ, ਭਾਵੇਂ ਕੋਈ ਕਈ ਕਮਿਊਨਿਸਟਾਂ ਦੇ ਮਨ 'ਚ ਵੀ ਜਾਗੀ ਗੱਲ ਹੈ, ਭਾਵੇਂ ਉਂਗਲਾਂ 'ਤੇ ਗਿਣਨ ਜੋਗੀ ਹੋਣ। ਤੇ ਕਾਂਗਰਸੀ ਤਾਂ ਸਭ ਤੋਂ ਸੇਫ ਟਿਕਾਣੇ ਸੀਗੇ, ਜਿੱਥੇ ਕੋਈ ਮਤਲਬ ਖਤਰਾ ਹੀ ਕੋਈ ਨਹੀਂ ਸੀਗਾ। ਇਹ ਚੱਲਦਾ ਹੁੰਦਾ ਜਦੋਂ ਚੱਲਦੀ ਲਹਿਰ ਦੇ ਵਿੱਚ ਇਸ ਤਰ੍ਹਾਂ ਦੀ, ਇਹਦੇ ਤੋਂ ਤੁਸੀਂ ਲਹਿਰ 'ਤੇ ਕੋਈ ਲਾ ਦਿਓ ਵੀ ਤਾਂ ਕਾਂਗਰਸੀਆਂ ਦੀ ਸੀ, ਇਹ ਤਾਂ ਫਲਾਨੇ ਦੀ ਸੀ। ਮੈਨੂੰ ਯਾਦ ਆ ਜਦੋਂ ਭਾਈ ਦਲਜੀਤ ਸਿੰਘ ਨੇ ਆਪਦਾ ਡਾਕੂਮੈਂਟ ਜਾਰੀ ਕੀਤਾ ਜੇਲ੍ਹ 'ਚੋਂ ਪਹਿਲਾਂ, ਭਵਿੱਖ ਫਿਰ ਵੀ ਸਾਡਾ ਹੈ। ਆ ਜਿਹੜੇ ਬੰਦੇ ਭਾਈ ਦਲਜੀਤ ਸਿੰਘ ਬਾਰੇ ਮਤਲਬ ਕਰ ਰਹੇ ਨਾ ਵੀ ਆਹ ਅਜੀਤ ਦੀ ਖਬਰ ਦੇਖੋ, ਉਹਨੇ ਕਿਹਾ ਵੀ ਅੱਤਵਾਦ ਦੇ ਰਾਹ ਪੈਣਾ ਗਲਤ ਸੀ। ਇਹ ਤੁਸੀਂ ਅਖਬਾਰਾਂ ਦੀਆਂ ਖਬਰਾਂ 'ਤੇ ਯਕੀਨ ਕਰਨਾ ਕਿ ਉਹਦੇ ਜਾਰੀ ਕੀਤੇ ਡਾਕੂਮੈਂਟ 'ਤੇ ਕਰਨਾ ਹੈ? ਉਹ ਸਭ ਦੇ ਸਾਹਮਣੇ ਉਹਦਾ ਡਾਕੂਮੈਂਟ ਆ, ਇੰਨਾ ਛਾਪ ਕੇ ਵੰਡਿਆ ਗਿਆ, ਉਸੇ ਉਹਦੇ 'ਤੇ ਵੀ ਪਿਆ ਸਾਈਟ ਦੇ ਉੱਤੇ, ਅਜੇ ਤੱਕ ਪਿਆ ਇੰਟਰਨੈਟ ਦੇ ਉੱਤੇ, ਤੁਸੀਂ ਉਹ ਪੜ੍ਹ ਲਓ। ਨਾਭੇ ਜੇਲ੍ਹ ਤੋਂ ਜਾਰੀ ਕੀਤਾ ਉਹਦੀ ਵੀ ਭਵਿੱਖ ਫਿਰ ਵੀ ਸਾਡਾ ਹੈ। ਉਹ 'ਚ ਉਹਨਾਂ ਨੇ ਇਹ ਗੱਲ ਚਲੋ ਇੱਕ ਤੱਥ ਦੇ ਤੌਰ 'ਤੇ ਲਿਆਂਦੀ ਵੀ ਸਾਨੂੰ ਕਾਂਗਰਸੀਆਂ ਨੇ ਵੀ 18 ਦਿੱਤੀਆਂ, ਸਾਨੂੰ ਉਹਨਾਂ ਨੇ ਤੱਥ ਦੇ ਤੌਰ 'ਤੇ
ਤੇ। ਇਹਦਾ ਇੱਕ ਪੱਤਰਕਾਰ ਨੇ, ਅਜੀਤ ਦੇ ਪੱਤਰਕਾਰ ਨੇ, ਸਟਾਫ ਰਿਪੋਰਟਰ ਨੇ ਉਹ ਇਹਨੂੰ ਟਵਿਸਟ ਦਿੱਤੀ ਵੀ ਕਾਂਗਰਸੀ ਖਾੜਕੂ ਲਹਿਰ ਦਾ ਨੂੰ ਹੱਲਾਸ਼ੇਰੀ ਦਿੰਦੇ ਰਹੇ। ਮੈਂ ਗੱਲ ਨੂੰ ਘੁਮਾਉਣਾ ਕਿਵੇਂ ਸਾਰੀ ਗੱਲ ਨੂੰ, ਹੈ ਨਾ। ਕੋਈ ਅਕਾਲੀਆਂ ਦੇ ਪੱਖ 'ਚ ਘੇਰਦਾ, ਕੋਈ ਕਿਸੇ ਪਾਸੇ, ਤਾਂ ਮਤਲਬ ਤੁਸੀਂ ਉਹੀ ਗੱਲ ਹੈ ਜਿੰਨਾ ਚਿਰ ਤੁਸੀਂ ਉਹ ਸਪਿਰਿਟ ਤੁਹਾਨੂੰ ਨਹੀਂ ਪਤਾ ਲੱਗਦੀ ਨਾ, ਉਹ ਲਹਿਰ ਦੀ ਸਪਿਰਿਟ ਕੀ ਸੀ, ਤੁਸੀਂ ਕੁਝ ਵੀ ਨਹੀਂ ਸਮਝ ਸਕੋਗੇ। ਇੱਥੇ ਚੱਲਦੇ ਜੇ ਰਾਹ ਤਲਾਸ਼ਣ ਦੀ ਗੱਲ ਆਈ ਤਾਂ ਇਲੈਕਸ਼ਨਾਂ ਦੀ ਗੱਲ ਆਪਾਂ ਕਰ ਰਹੇ ਹਾਂ। 92 ਦੇ ਇਲੈਕਸ਼ਨ ਦੀ ਬਾਈਕਾਟ ਦੀ ਗੱਲ ਬੜੀ ਆਉਂਦੀ ਹੈ, ਉਹਦੇ ਵਿੱਚ ਤੁਹਾਡਾ ਨਾਮ ਬੜਾ ਉੱਭਰ ਕੇ ਆਉਂਦਾ ਵੀ ਤੁਸੀਂ ਉਹ ਬਾਈਕਾਟ ਕਰਨ ਦੀ ਸਲਾਹ ਦਿੱਤੀ ਸੀ। ਕਿੰਨੀ ਕੁ ਸੱਚਾਈ ਹੈ, ਉਹ ਬਾਈਕਾਟ ਕਿਹਨਾਂ ਵੱਲੋਂ ਕਰਿਆ ਗਿਆ? ਕਿਉਂਕਿ ਕਿਹਾ ਜਾਂਦਾ ਕਿ ਖਾੜਕੂ ਧਿਰ ਚਾਹੁੰਦੀ ਸੀ, ਵਿੱਚ ਕੁਝ ਧਿਰ ਚਾਹੁੰਦੇ ਸੀਗੇ ਕੁਝ ਕੁ ਵੀ ਉਹ ਵੀ ਇਲੈਕਸ਼ਨ ਲੜੇ ਜਾਣੇ ਚਾਹੀਦੇ ਆ, ਅਤੇ ਕੁਝ ਕੁ ਕਹਿੰਦੇ ਵੀ ਉਹ ਆਪ ਮੁਹਾਰੇ ਹੋ ਕੇ ਉਹਨਾਂ ਨੇ ਫੈਸਲਾ ਕਰ ਦਿੱਤਾ। ਦੇਖੋ, ਜਿੱਥੋਂ ਤੱਕ ਤਾਂ ਮੇਰੀ ਸਲਾਹ 'ਤੇ ਬਾਈਕਾਟ ਹੋਇਆ, ਮੇਰੀ ਸਲਾਹ 'ਤੇ ਕੁਛ ਵੀ ਨਹੀਂ ਹੋਇਆ। ਮੇਰੀ ਉਹ ਇਸ ਤਰ੍ਹਾਂ ਦੀ ਹਸਤੀ ਕੋਈ ਨਹੀਂ ਸੀ, ਔਕਾਤ ਕੋਈ ਨਹੀਂ ਸੀ। ਸਾਡਾ ਤਾਂ ਇੱਕ ਛੋਟਾ ਜਿਹਾ ਗਰੁੱਪ ਸੀ, ਨਗੂਣਾ ਜਿਹਾ। ਅਸੀਂ ਲਹਿਰ ਦੇ ਪੱਖ ਸੀ ਅਸੀਂ, ਪਰ ਸਾਡੀ ਜਿਹੜੀ ਸਪੋਰਟ ਸੀਗੀ ਉਹ ਕ੍ਰਿਟੀਕਲ ਕੰਡੀਸ਼ਨਲ ਸਪੋਰਟ ਸੀ। ਜੋ ਗਲਤ ਹੁੰਦਾ ਸੀ ਉਹ ਗਲਤ ਲਿਖਦੇ ਸੀ, ਜੋ ਠੀਕ ਹੁੰਦਾ ਸੀ ਉਹ ਠੀਕ। ਜਿਹਦੇ ਕਰਕੇ ਖਾੜਕੂ ਲੀਡਰਾਂ ਤੋਂ ਲੈ ਕੇ ਸਫਾਂ ਤੱਕ ਸਾਡੇ ਨਾਲ ਇੱਕ ਠੀਕ ਮਾਹੌਲ ਵਾਲਾ ਠੀਕ ਰਿਸ਼ਤਾ ਬਣਿਆ ਹੋਇਆ ਸੀ, ਠੀਕ ਹੈ ਨਾ। ਇੰਨੀ ਇੱਕ ਗੱਲ ਸੀਗੀ। ਸੋ ਸਾਡੇ ਕਹੇ ਕੋਈ ਬਾਈਕਾਟ ਕਰ ਦੂ ਜਾਂ ਇਹਨੇ ਸਲਾਹ ਦਿੱਤੀ, ਸਾਡੀ ਆਪਦੀ ਇੰਡੀਪੈਂਡੈਂਟ ਪੋਜੀਸ਼ਨ ਸੀਗੀ। ਸਾਡੀ ਤਾਂ ਜਦ 1969 ਤੋਂ ਲੈ ਕੇ ਅੱਜ ਤੱਕ ਹਰ ਇਲੈਕਸ਼ਨ ਦਾ ਬਾਈਕਾਟ 1969 ਤੋਂ ਸ਼ੁਰੂ ਕੀਤਾ ਹੋਇਆ ਹੈ। ਚਲੋ ਉਹਨੂੰ ਕੋਈ ਗਲਤ ਕਹਿ ਲੇ, ਠੀਕ ਕਹਿ ਲੇ, ਇੱਕ ਵੱਖਰੀ ਗੱਲ ਹੈ ਵੀ ਅਸੀਂ, ਸਾਡੇ ਵਾਸਤੇ ਕੋਈ ਨਵੀਂ ਚੀਜ਼ ਨਹੀਂ ਸੀ 92 ਵਾਲੀ ਇਲੈਕਸ਼ਨ ਜੇ ਸਾਡੇ ਤੋਂ ਦੇ, ਪਰ ਸਾਡੀ ਇਹ ਹਸਤੀ ਨਹੀਂ ਸੀ ਵੀ ਖਾੜਕੂਆਂ ਨੂੰ ਅਸੀਂ ਸਲਾਹ ਦੇਈਏ ਤੇ ਉਹ ਸਾਡੀ ਸਲਾਹ ਮੰਨ ਲੈਣ। ਬਾਈਕਾਟ ਕਿਹਦੇ ਵੱਲੋਂ ਹੋਇਆ ਸੀ? ਬਾਈਕਾਟ ਜਿਹੜਾ ਹੋਇਆ ਉਹ ਹੋਇਆ ਪੰਥਕ ਕਮੇਟੀ ਜਿਹੜੀ ਡਾਕਟਰ ਸੋਹਣਸੂ ਵਾਲੀ ਹੈ, ਤੇ ਉਹ ਸਾਰੇ ਸਰਬਸੰਮਤੀ ਨਾਲ ਹੋਇਆ। ਸਾਰੇ ਜਰਨੈਲ ਸੀ ਉਹਦੇ 'ਚ। ਜੋ ਕੁਝ ਹੋਇਆ ਉਹ ਸਰਬਸੰਮਤੀ ਨਾਲ ਹੋਇਆ। ਉਹ 'ਚ ਬੱਬਰਾਂ ਨੇ ਵੀ ਮੁੜ ਕੇ ਸਹਿਮਤੀ ਦਿੱਤੀ। ਅਲਟੀਮੇਟਲੀ ਸਾਰੀਆਂ ਖਾੜਕੂ ਧਿਰਾਂ ਨੇ, ਭਾਈ ਮਾਨੋ ਚਾਲ ਜੀ ਉਹਨਾਂ ਨੇ, ਭਾਈ ਮਾਨੋ ਚਾਲ ਨੇ ਵੀ ਅਲਟੀਮੇਟਲੀ, ਪਹਿਲਾਂ ਉਹਨਾਂ ਦੇ ਵਿਚਾਰ ਸੀਗੇ ਕੁਝ ਹੋਰ, ਤੇ ਉਹ ਕਹਾਣੀ ਵੱਖਰੀ ਹੈ ਥੋੜ੍ਹੀ ਜਿਹੀ। 'ਚ ਭਾਈ ਜਸਵੰਤ ਸਿੰਘ ਖਾਲੜਾ ਦਾ ਬਹੁਤ ਵੱਡਾ ਰੋਲ ਹੈ। ਸੋ ਜਿਹੜੇ ਬੰਦੇ ਵੋਟਾਂ ਦੇ ਬਾਈਕਾਟ ਨੂੰ ਗਲਤ ਕਹਿੰਦੇ ਨੇ ਤੇ ਮੈਥੋਂ ਪੁੱਛਦੇ ਨੇ ਜਵਾਬ ਦੇ, ਹੈ ਨਾ। ਪਹਿਲੀ ਗੱਲ ਤਾਂ ਵੀ ਚੱਲ ਮੈਂ ਤਾਂ ਜਵਾਬ ਦੇ ਦੂੰਗਾ, ਪਰ ਤੁਸੀਂ ਨਾ ਜਿਹੜੀ ਮੈਂ ਕਿਤਾਬ ਛਾਪੀ ਹੈ ਜਸਵੰਤ ਸਿੰਘ ਖਾਲੜਾ ਦੀ, ਉਹਨੇ ਇੱਕ ਇਸ ਵੋਟਾਂ ਦੇ ਬਾਈਕਾਟ ਬਾਰੇ ਲੇਖ ਲਿਖਿਆ ਬੜਾ ਲੰਬਾ। ਉਸ ਕਿਤਾਬ ਦੇ ਵਿੱਚ ਉਹ ਸ਼ਾਮਲ ਹੈ। ਉਸ ਮੌਕੇ 92 ਦੇ ਵਿੱਚ ਉਹਨੇ ਲਿਖਿਆ ਜਦੋਂ ਇੰਗਲੈਂਡ ਦੇ ਵਿੱਚ ਸੀ, ਉੱਥੋਂ ਦੇ ਇੱਕ ਪਰਚੇ 'ਚ ਛਪਿਆ ਸੀ, ਖਾੜਕੂਆਂ ਵੱਲੋਂ ਕੱਢੇ ਜਾਂਦੇ ਪਰਚੇ 'ਚ, ਬਿਲਕੁਲ ਉੱਥੋਂ ਹੀ ਲਿਆ ਉਹ। ਸੋ ਇਹ ਇੱਕ ਤੱਥ ਦੇ ਤੌਰ 'ਤੇ ਹੈ। ਉਸ 'ਚ ਉਹਨੇ ਉਹ ਲੌਜਿਕ ਸਾਰਾ ਦਲੀਲਾਂ ਦਿੱਤੀਆਂ ਬਾਈਕਾਟ ਕਿਉਂ। ਸੋ ਜਿਹੜੇ ਬੰਦੇ ਕਹਿੰਦੇ ਨਾ ਕਿਉਂ ਕੀਤਾ, ਉਹ ਐਂ ਕਰਨ, ਉਹ ਲੇਖ ਪੜ੍ਹ ਲੈਣ, ਉਹਦਾ ਬਾਅਦ ਦਲੀਲ ਜਵਾਬ ਦੇ ਦੇਣ, ਉਦੋਂ ਬਾਅਦ ਠੀਕ ਆਪਣੀ ਬਹਿਸ ਤੁਰ ਸਕਦੀ ਅੱਗੇ। ਇਹ ਤਾਂ ਹੋਇਆ ਨਾ ਇੱਕ ਸਲੀਕਾ, ਇੱਕ ਢੰਗ ਕਿਸੇ ਮਸਲੇ ਬਾਰੇ ਠੀਕ ਸਮਝ ਨਿਤਾਰਨ ਦਾ। ਇਹ ਕੀ ਹੋਇਆ ਵੀ ਜਵਾਬ ਦਿਓ, ਪੜ੍ਹਿਆ ਕੁਛ ਨਹੀਂ, ਜਾਣਦੇ ਕੁਛ ਨਹੀਂ, ਉਦੋਂ ਮਾਹੌਲ ਕੀ ਸੀ, ਸਿਚੁਏਸ਼ਨ ਕੀ ਸੀ। ਖਾਲੜੇ ਨੂੰ ਪਤਾ ਸੀ ਵੀ ਹਾਲਾਤ ਕੀ ਆ। ਖਾਲੜਾ ਪਹਿਲਾਂ ਬਾਈਕਾਟ ਦੇ ਹੱਕ 'ਚ ਨਹੀਂ ਸੀ। ਖਾਲੜੇ ਦੀ ਜਿਹੜੀ ਜਥੇਬੰਦੀ ਸੀ ਉਸ ਮੌਕੇ ਉਹ ਸੀ IDP, ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ। ਨਕਸਲੀ ਲਹਿਰਾਂ 'ਚੋਂ ਟੁੱਟੀ ਹੋਈ ਇੱਕ ਗਰੁੱਪ ਸੀ ਉਹ। ਉਹਨਾਂ ਦਾ ਇਹ ਸੀ ਵੀ ਅਸੀਂ ਆਪ ਨਹੀਂ ਖੜੇ ਹੋਣਾ, ਅਸੀਂ ਚੰਗੇ ਉਮੀਦਵਾਰਾਂ ਦੀ ਹਮਾਇਤ ਕਰਾਂਗੇ। ਚੰਗੇ ਤੋਂ ਭਾਵ ਖਾੜਕੂ ਲਹਿਰ ਦੇ ਹਮਦਰਦਾਂ ਦੀ। ਤੇ ਉਹਨੇ ਅਪੀਲ ਕੀਤੀ ਸੀ ਖਾੜਕੂ ਲਹਿਰ ਨੂੰ ਵੀ ਤੁਸੀਂ ਆਪਦੇ ਉਮੀਦਵਾਰ ਮੈਦਾਨ 'ਚ ਉਤਾਰੋ। ਉਹਨੇ ਇੱਕ ਵਾਰ ਨਹੀਂ ਕਈ ਵਾਰ ਅਪੀਲ ਕੀਤੀ, ਪ੍ਰੈਸ ਤੱਕ ਉਹਦੇ ਸਟੇਟਮੈਂਟ ਆਈਆਂ। ਉਹਨਾਂ ਨੇ ਉਹਦੀ ਮਦਦ ਕਰਨੀ ਸੀ, ਪਰ ਜਦੋਂ ਉਹਨੇ ਦੇਖਿਆ ਸਾਰਾ, ਅਲਟੀਮੇਟਲੀ ਉਹਨੂੰ ਲੱਗਿਆ ਵੀ ਨਹੀਂ, ਇਹਦੇ ਨਾਲ ਤਾਂ ਬਹੁਤ ਲਹਿਰ 'ਚ ਖਲਾਰਾ ਤੇ ਆਪਸੀ ਕਤਲਾਂ ਤੱਕ ਗੱਲ ਪਹੁੰਚੂਗੀ, ਨਹੀਂ ਸੰਮਤੀ ਬਣ ਰਹੀ। ਉਹੀ ਗੱਲ ਵੀ ਕੁਝ ਬੰਦਿਆਂ ਦੀਆਂ ਲਾਲਸਾਵਾਂ ਜਾਗ ਪਈਆਂ। ਮੈਂ ਤੱਥ ਦੇ ਤੌਰ 'ਤੇ ਤੁਹਾਨੂੰ ਦੱਸਦਾ, ਮਤਲਬ ਇਹਦੇ ਸਬੂਤ ਨੇ। ਜਿਹੜਾ ਭਾਈ ਮਨਜੀਤ ਸਿੰਘ ਹੈ, ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਸੀ, ਭਾਈ ਅਮਰੀਕ ਸਿੰਘ ਦਾ ਭਰਾ ਸੀ, ਜਾਂ ਹੈਗਾ ਹੀ ਆ ਭਰਾ, ਕੀ ਸੀ ਉਹ ਹੁਣ ਅੱਜ ਕੱਲ੍ਹ ਬਾਦਲ ਦੇ ਖਾਸੋ ਖਾਸ ਹੈ, ਠੀਕ ਹੈ ਨਾ। ਉਹਨੇ 65 ਉਮੀਦਵਾਰਾਂ ਤੇ ਅੜ ਗਿਆ ਸੀ, 65 ਮੇਰੇ, ਤੇ ਉਹਦੀ ਬਾਬਾ ਮਾਨੋ ਚਾਲ ਨਾਲ ਸਾਂਝ ਸੀ, ਨੇੜਤਾ ਬਣ ਗਈ। ਹੁਣ ਜਦੋਂ ਇਹ ਲੱਗਿਆ ਕਿ ਕੁਝ ਬੰਦੇ ਆਪਦੀਆਂ ਲਾਲਸਾਵਾਂ ਵਾਸਤੇ ਖਾੜਕੂ ਲਹਿਰ ਨੂੰ ਵਰਤ ਸਕਦੇ, ਉਹਦੀਆਂ ਤਾਂ ਇੰਪਲੀਕੇਸ਼ਨਸ ਬੜੀਆਂ ਡੇਂਜਰਸ ਸੀਗੀਆਂ। ਇਹਦੇ ਸਬੂਤ ਪਏ ਆ, ਖਾਲੜੇ ਦੀਆਂ ਲਿਖਤਾਂ ਪਈਆਂ, ਕੁਝ ਲਿਖਤਾਂ ਮੈਂ ਛਾਪੀਆਂ,
ਕੁਛ ਉਹਦੇ ਹੱਥ ਲਿਖਤ ਚੀਜ਼ਾਂ ਜਿਹੜੀਆਂ ਪ੍ਰਿੰਟ 'ਚ ਉਹਨੇ ਵੀ ਨਹੀਂ ਲਿਆਂਦੀਆਂ ਸੀ, ਉਹ ਨਹੀਂ ਆਈਆਂ। ਖਾਲੜੇ ਨੂੰ ਅਚਾਨਕ ਕਿਉਂ ਨਿਕਲਣਾ ਪਿਆ ਇੱਥੋਂ? ਇਲੈਕਸ਼ਨ ਦੀ ਮੁਹਿੰਮ ਚੱਲ ਰਹੀ ਹੈ, ਆਪਦੀ ਜਥੇਬੰਦੀ ਦੀ ਉਹ ਅਗਵਾਈ ਕਰ ਰਿਹਾ, ਸੂਬਾ ਕਮੇਟੀ ਮੈਂਬਰ ਹੈ, ਆਪਦੇ ਬੰਦਿਆਂ ਨੂੰ ਕਹਿ ਰਿਹਾ ਕਿ ਮੈਂ ਹੁਣ ਪੈਂਫਲੇਟ ਛਪਾਉਣ ਚੱਲਿਆ ਤੇ ਤੁਸੀਂ ਉਡੀਕਿਓ, ਪੈਂਫਲੇਟ ਵੰਡਾਂਗੇ ਆਪਾਂ। ਲੋਕ ਉਹਦੇ ਬੰਦੇ ਨਾਲ ਦੇ ਪੈਂਫਲੇਟ ਉਡੀਕ ਰਹੇ ਨੇ, ਤੇ ਉਹਦੀ ਪਤਾ ਲੱਗਿਆ ਵੀ ਉਹ ਤਾਂ ਇੰਗਲੈਂਡ ਚਲਾ ਗਿਆ। ਇੱਕਦਮ ਉਹਨਾਂ ਨੂੰ ਧੱਕਾ ਹੀ ਬੜਾ ਲੱਗਿਆ ਵੀ ਇਹ ਕੀ ਸਾਡੇ ਨਾਲ, ਇਹ ਕੀ ਹੋ ਗਿਆ? ਮਤਲਬ ਥੋੜ੍ਹੇ ਸ਼ੱਕ ਵੀ ਖੜੇ ਹੁੰਦੇ, ਵਿਸ਼ਵਾਸ ਵੀ ਤਿੜਕਦੇ ਆ ਨਾ। ਪਰ ਉਹ ਆਪਾਂ ਜੇ ਨਹੀਂ ਗੱਲ ਲਿਆਉਂਦੇ, ਉਹਨੂੰ ਕਿਉਂ ਨਿਕਲਣਾ? ਇਕੱਲਾ ਪੁਲਿਸ ਦਾ ਡਰ ਨਹੀਂ ਸੀ। ਇਹ ਜਦੋਂ ਬੰਦੇ 'ਚ ਲਾਲਸਾ ਜਾਗਦੇ ਆ, ਮੈਂ ਸਤਾ ਚਾਵਾਂ ਉਹਦੇ ਰਾਹ 'ਚ ਜਿਹੜਾ ਕੋਈ ਰੋੜਾ ਬਣੂ ਨਾ, ਭਾਵੇਂ ਪਿਓ ਆ ਸਕਾ, ਉਹਨੂੰ ਮਾਫ ਨਹੀਂ ਕਰੂ। ਇਹ ਉਦੋਂ ਕ੍ਰਿਮੀਨਲ ਬਣਦਾ, ਉਦੋਂ ਪੋਲੀਟੀਕਲ ਨਹੀਂ ਰਹਿੰਦਾ, ਉਦੋਂ ਉਹਦੇ ਵਾਸਤੇ ਕੁਛ ਨਹੀਂ, ਉਹ ਇੰਨੀ ਭੁੱਖ ਹੀ ਨਹੀਂ ਚਮਕਦੀ ਹੈ। ਇਹ ਉਦੋਂ ਪੱਕਾ ਪਤਾ ਸੀ 92 ਵਿੱਚ ਵੀ ਜਿੱਤਣਗੇ ਖਾੜਕੂ, ਹੋਰ ਕਿਸੇ 'ਚ ਕੋਈ ਜ਼ਰੂਰਤ ਹੀ ਨਹੀਂ। ਇਸ ਬਾਈਕਾਟ ਦਾ ਨੁਕਸਾਨ ਕਹਿੰਦੇ ਬੜਾ ਹੋਇਆ। ਕੀ ਨੁਕਸਾਨ? ਤੁਸੀਂ ਕੀ ਦੇਖਦੇ ਹੋ? ਕਹਿੰਦੇ ਕਾਂਗਰਸ ਬੜੇ ਛੋਟੇ ਮਤ ਨਾਲ ਜਿੱਤ ਗਈ। ਜੇ ਖਾੜਕੂ ਜਿੱਤ ਜਾਂਦੇ, ਪਤਾ ਇਤਿਹਾਸ ਦਾ। ਉਸ ਤੋਂ ਬਾਅਦ ਕਹਿੰਦੇ ਬੜਾ ਜਿਹੜਾ ਜਾਨੀ ਨੁਕਸਾਨ ਬਹੁਤ ਹੋਇਆ। ਨਹੀਂ, ਉਹ ਤਾਂ ਚਲੋ ਕਾਂਗਰਸ ਨੇ ਕਰਤਾ। ਤੁਹਾਨੂੰ ਮਤਲਬ ਜਿਹੜੇ ਬੰਦੇ ਇਹੋ ਜਿਹੇ ਸਵਾਲ ਖੜੇ ਕਰਦੇ ਨੇ, ਉਹਨਾਂ ਨੂੰ ਪਤਾ ਵੀ ਹਿੰਦੁਸਤਾਨ 'ਚ 1952 ਤੋਂ ਲੈ ਕੇ ਇਲੈਕਸ਼ਨਾਂ ਦੇ ਇਤਿਹਾਸ 'ਚ ਜਿਹੜੀਆਂ ਲਹਿਰਾਂ ਸ਼ਾਮਲ ਹੋਈਆਂ, ਇੱਕ ਮੌਕੇ ਉਹ ਹਥਿਆਰਬੰਦ ਘੋਲ ਲੜ ਰਹੀਆਂ, ਮੁੜ ਕੇ ਇਲੈਕਸ਼ਨ 'ਚ ਆਉਂਦੀਆਂ ਆਹੀ ਸੋਚ ਕੇ ਵੀ ਅਸੀਂ ਇਹਦੇ ਰਾਹੀਂ ਕੁਛ ਹਾਸਲ ਕਰ ਲਾਂਗੇ। ਉਹਨਾਂ ਦਾ ਹਸ਼ਰ ਪਤਾ ਹੈ। ਮੈਂ ਇਹੀ ਕਹਿਣਾ ਵੀ ਜਿਹੜੇ ਬੰਦੇ ਪੜ੍ਹਦੇ ਕੁਛ ਨਹੀਂ, ਜਾਣਨ ਦੀ ਕੋਸ਼ਿਸ਼ ਕੁਛ ਨਹੀਂ ਕਰਦੇ, ਤਟਪੜ ਨਿਰਣਿਆਂ ਤੇ ਪਹੁੰਚਦੇ ਆ। ਇਹ ਰੁਚੀ ਮੇਰਾ ਤਾਂ ਕੀ ਵਿਗਾੜ ਲੂ, ਜਾਂ ਕਿਸੇ ਭਾਈ ਦਲਜੀਤ ਸਿੰਘ ਦਾ ਤਾਂ ਕੀ ਵਿਗਾੜ ਲੂ, ਚੱਲੋ। ਇਹ ਉਹ ਆਪਦਾ ਆਪ ਹੀ ਬੜਾ ਤਬਾਹ ਹੋਊ ਉਹਨਾਂ ਦਾ। ਉਹ ਤਾਂ ਕਿਸੇ ਵੀ ਗੱਲ ਬਾਰੇ ਤਾਂ ਨਾ ਉਹ ਸਿੱਖ ਸਕਣਗੇ ਕੁਛ। ਹੁਣ ਤੁਹਾਨੂੰ ਮੈਂ ਬਰੀਫ ਦੇ ਵਿੱਚ ਦੱਸਦਾ, ਇਹ ਇਲੈਕਸ਼ਨ ਵਾਲੇ ਰਾਹ ਦੇ ਇੱਕ ਤਜਰਬਾ ਪਿਆ ਸਾਹਮਣੇ। ਜਿਹੜੀ ਕਮਿਊਨਿਸਟ ਪਾਰਟੀ ਸੀ CPI, ਇਹ ਹਥਿਆਰਬੰਦ ਸੰਘਰਸ਼ ਵਾਲੀ ਪਾਰਟੀ ਸੀ ਵੀ ਅਸੀਂ ਇਲੈਕਸ਼ਨਾਂ ਨਹੀਂ ਲੜਨੀਆਂ, ਅਸੀਂ ਤਾਂ ਹਿੰਦੁਸਤਾਨ ਦੀ ਸਟੇਟ ਹਥਿਆਰਬੰਦ ਸੰਘਰਸ਼ ਰਾਹੀਂ ਉਲਟਾਉਣੀ ਹੈ। 1952 'ਚ ਪਹਿਲੀ ਇਲੈਕਸ਼ਨ ਅਨਾਉਂਸ ਹੋ ਗਈ ਸੰਵਿਧਾਨ ਹੇਠ। ਉਹਦੀ ਇਹਨਾਂ ਦੇ ਲੀਡਰਾਂ ਨੇ ਫੈਸਲਾ ਕਰ ਲਿਆ ਵੀ ਠੀਕ ਹੈ ਇਲੈਕਸ਼ਨ ਲੜਕੀ। ਤਾਂ ਵਿਰੋਧ ਵੀ ਬਹੁਤ ਹੋਇਆ ਵੀ ਯਾਰ ਆਪਣਾ ਰਾਹ ਤਾਂ ਇਹ ਹੈ ਹੀ ਨਹੀਂ ਸੀਗਾ। ਚਲੋ ਜੀ, ਉਹਨਾਂ ਨੇ ਉਹ ਇਲੈਕਸ਼ਨ ਲੜ ਲਈ। 52 ਦੀ ਲੜ ਲਈ, 57 ਦੀ ਲੜ ਲਈ, 62 ਦੀ ਲੜ ਲਈ। ਉਹ ਸਾਰਾ ਦੇਖਿਆ ਵੀ ਉਹ ਤਾਂ ਛੱਡ ਹੀ ਗਏ ਸਾਰਾ ਕੰਮ, ਇਨਕਲਾਬ ਵਾਲਾ ਤਾਂ। ਉਹ ਤਾਂ ਫਿਰ ਹੈ ਵੀ MLA ਬਣਦੀਆਂ ਦੌੜਾਂ ਤੇ ਕੁਰਸੀ ਤੱਕ ਪਹੁੰਚ, ਜੋ ਦੂਜੀਆਂ ਪਾਰਟੀਆਂ ਉਵੇਂ ਜੇ ਬਣ ਗਈਆਂ। ਉਹ 'ਚ ਫਿਰ ਬਗਾਵਤ ਕਰਤੀ, CPM ਬਣ ਗਈ ਵੀ ਇਹ ਤਾਂ ਵੋਟਾਂ ਦੇ ਰਾਹ ਪੈ ਗਏ, ਅਸੀਂ ਤਾਂ ਇਨਕਲਾਬ ਵਾਲੇ ਹਾਂ। 67 ਦੀ ਇਲੈਕਸ਼ਨ 'ਚ ਉਹਨੇ ਹਿੱਸਾ ਲੈ ਲਿਆ, CPM ਨੇ। ਉਹਨਾਂ ਦੀ ਬੰਗਾਲ 'ਚ ਸਰਕਾਰ ਬਣ ਗਈ। ਉਹ ਉਵੇਂ ਜਿਵੇਂ ਫਿਰ ਚੱਲ ਪਏ। ਉਹਦੇ 'ਚੋਂ ਨਕਸਲੀ ਨਿਕਲਿਆ ਵੀ ਇਹ ਤਾਂ ਗਦਾਰੀ ਕਰ ਗਏ, ਇਹ ਤਾਂ ਉਹ ਰਾਹ ਹੀ ਛੱਡ ਗਏ ਇਨਕਲਾਬ ਵਾਲਾ। ਤਾਂ ਇਹ ਤਾਂ ਵੋਟਾਂ ਵਾਲੇ ਰਾਹ ਪੈ ਗਏ ਦੂਜਿਆਂ, ਜਿਵੇਂ ਦੂਜੇ ਪਾਰਟੀਆਂ, ਉਹਨਾਂ ਨੇ ਬਾਈਕਾਟ ਕਰਤਾ। ਚਲੋ ਉਹ ਬਾਈਕਾਟ ਚੱਲਿਆ, ਉਹ ਸੰਘਰਸ਼ ਚੱਲਿਆ। ਤੇ 77 'ਚ ਜਾ ਕੇ ਜਿਹੜੀ ਪਹਿਲੀ ਇਲੈਕਸ਼ਨ ਹੋਈ, ਜਦੋਂ ਐਮਰਜੈਂਸੀ ਖਤਮ ਹੋਈ, ਉਦੋਂ ਚੌਧਰੀ ਚਰਨ ਸਿੰਘ ਹੋਮ ਮਿਨਿਸਟਰ ਸੀ। ਉਹਦੇ ਇੱਧਰੋਂ ਇਹ ਵੀ ਹਾਰ ਹੂਰ ਗਏ ਸੀ ਕਿ ਕੁਛ ਨਕਸਲੀ ਧੜੇ। ਚਲੋ ਜੀ, ਉਹਨਾਂ ਨਾਲ ਗੱਲਬਾਤ ਚੱਲੀ, ਸੌਦਾ ਹੋ ਗਿਆ ਵੀ ਸਭ ਨੂੰ ਆਮ ਮਾਫੀ, ਜਿਹੜਾ ਇਲੈਕਸ਼ਨ 'ਚ ਆਉਣਾ ਚਾਹੁੰਦਾ ਹੈ। ਫਟਾਫਟ ਚਲੇ ਗਏ ਬੰਦੇ। ਆ ਜਿਹੜਾ ਕਿਰਤੀ ਕਿਸਾਨ ਯੂਨੀਅਨ ਆ ਨਾ ਇੱਕ, ਜਿਹਦਾ ਉਹ ਰਜਿੰਦਰ ਸਿੰਘ ਦੀਪ ਵਾਲਾ ਬੜਾ ਮਸ਼ਹੂਰ ਕਹਿ ਲਓ ਜਾਂ ਬਦਨਾਮ ਕਹਿ ਲਓ, ਇਹ ਸਭ ਤੋਂ ਪਹਿਲਾਂ ਇਹ ਗਏ ਸੀ, ਜਿਹਨਾਂ ਨੇ ਚੌਧਰੀ ਚਰਨ ਸਿੰਘ ਨਾਲ, ਜਿਹੜੇ ਇਹਨਾਂ ਦੇ ਪੋਲੀਟੀਕਲ ਬੌਸ ਸੀਗੇ। ਉਹ ਹੁਣ ਦੇਖ ਲੈ ਵੀ ਜਿਹੜਾ ਵੀ ਨਕਸਲੀ ਧੜਾ ਇਲੈਕਸ਼ਨ 'ਚ ਗਿਆ ਹੈ, ਉਹ ਹਥਿਆਰਬੰਦ ਸੰਘਰਸ਼ ਦਾ ਛੱਡ ਕੇ, ਇਨਕਲਾਬ ਦਾ ਰਾਹ ਛੱਡ ਕੇ, ਫੋਕੇ ਨਾਰੇ ਜਿਵੇਂ ਅਕਾਲੀ ਮਾਰਦੇ। ਸੁਖਬੀਰ ਦੇ ਨਾਰੇ ਸੁਣੋ ਤੁਸੀਂ, ਉਹਦੀਆਂ ਗੱਲਾਂ ਸੁਣੋ। ਸੋ ਉਹ ਗੱਲਾਂ ਤੱਕ ਰਹਿ ਜਾਂਦੀ ਹੈ ਗੱਲ, ਠੀਕ ਹੈ ਨਾ। ਸੋ ਅੱਜ ਨਕਸਲੀਆਂ 'ਚ ਉਹੀ ਇੱਕੋ ਹੀ ਧਿਰ ਹੈ ਜਿਹੜੀ ਉਹ ਮਾਓਇਸਟ, ਜਿਹੜੇ ਬਸਤਰ ਦੇ ਇਲਾਕੇ 'ਚ ਹਥਿਆਰਬੰਦ ਸੰਘਰਸ਼, ਜਿਹੜੇ ਇਲੈਕਸ਼ਨ 'ਚ ਨਹੀਂ ਆਉਂਦੇ। ਇਹ ਹੋ ਗਿਆ। ਫਿਰ ਤੁਸੀਂ ਲਾ ਲਓ ਸਾਊਥ ਦੇ ਵਿੱਚ ਮਦਰਾਸ, ਜਿਹੜਾ ਤਾਮਿਲਨਾਡੂ ਹੈ, ਉਹਦਾ ਜਿਹੜਾ ਐਡਾ ਵੱਡਾ ਲੀਡਰ ਸੀ ਪੇਰਿਆਰ, EVR, ਉਹ MP ਬਣਿਆ। ਉਹਦੀ ਤੁਸੀਂ MP ਦੀ ਸਪੀਚ ਸੁਣੋ ਮਲ ਪਾਰਲੀਮੈਂਟ 'ਚ। ਉਹ ਤਾਂ ਭਾਰਤ ਦੀ ਏਕਤਾ, ਅਖੰਡਤਾ ਨੂੰ ਮਤਲਬ ਐਂ ਉਡਾਉਂਦਾ ਸੀਗਾ। ਉਹਦੀਆਂ ਸਾਰੇ ਵੀ ਕੋਈ ਇੱਥੇ ਭਾਰਤ ਨਹੀਂ, ਵੀ ਸਾਡੀਆਂ 4 ਜਿਹੜੇ ਹੈਗੇ ਨੇ ਸੂਬੇ,
ਇਹਨਾਂ ਦੇ ਇੱਕ ਕਨਫੈਡਰੇਸ਼ਨ ਬਣਾਉਣੀ ਹੈ ਇਸ ਦਾ ਭਾਰਤ ਤੋਂ ਅਲੱਗ ਹੋ ਕੇ ਪਾਰਲੀਮੈਂਟ 'ਚ। ਉਦੋਂ ਅਜੇ ਇਹ ਗੱਲ ਸੁਣ ਲੈਂਦੇ ਸੀ, ਹੁਣ ਤਾਂ ਇਹ ਹੁਣ ਨਹੀਂ ਸੁਣਨਗੇ। ਉਦੋਂ ਅਜੇ ਜਿਹੜੀ ਸੀ ਨਾ ਏਕਤਾ ਤੇ ਅਖੰਡਤਾ ਦੀ ਏਡੀ, ਜਿਵੇਂ ਹੁਣ ਬਣ ਗਿਆ ਸਾਰੀ ਪੋਲੀਟੀਕਲ ਕਲਾਸ ਦੀ ਸਹਿਮਤੀ ਹੋ ਗਈ, ਉਦੋਂ ਨਹੀਂ ਸੀ ਅਜੇ। ਉਦੋਂ ਇਹ ਸੁਣ ਲੈਂਦੇ ਸੀ। ਉਹ ਸੁਣਿਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਉਹਨਾਂ ਨੂੰ ਪਤਾ ਸੀ ਬਸ 1-2 ਇਲੈਕਸ਼ਨਾਂ ਹੋਰ ਹੋਈਆਂ, ਸਭ ਛੱਡਤਾ। ਫਿਰ ਵੀ ਇਸੇ ਭਾਰਤ ਦੇ ਅੰਦਰ, ਇਸੇ ਕਨਸਟੀਟਿਊਸ਼ਨ ਦੇ ਅੰਦਰ ਵੱਧ ਅਧਿਕਾਰ, ਹੌਲੀ ਹੌਲੀ ਵੱਧ ਅਧਿਕਾਰ ਵੀ ਇਹ ਹੋ ਗਿਆ ਵੀ ਸਾਨੂੰ ਰਾਜ ਕਰਨ ਦਾ ਮੌਕਾ ਦਿਓ, ਸਾਡੀਆਂ ਸਰਕਾਰਾਂ ਨਾ ਤੋੜੋ, ਇਹ ਹੋ ਗਿਆ ਨਾ। ਸੋ ਕਮਿਊਨਿਸਟ ਸਾਰਾ ਗਿਆ, ਐਡਾ ਵੱਡਾ ਉਭਾਰ। ਤਾਮਿਲਨਾਡੂ ਵਾਲਾ ਗਿਆ, ਫਿਰ ਤੁਸੀਂ ਅਸਾਮ ਵਾਲਾ ਦੇਖ ਲਓ। ਹੁਣ ਆਲ ਇੰਡੀਆ ਅਸਾਮ ਸਟੂਡੈਂਟਸ ਯੂਨੀਅਨ ਆਸੂ ਤੇ ਜਿਹੜਾ ਉਹਦਾ ਪੋਲੀਟੀਕਲ ਵਿੰਗ ਸੀ AGP ਅਸਾਮ ਗਣ ਪਰਿਸ਼ਦ, ਜਦੋਂ ਸਿੱਖ ਲੜ ਰਹੇ ਸੀਗੇ ਧਰਮ ਯੁੱਧ ਮੋਰਚਾ, ਉਦੋਂ ਇਹਨਾਂ ਦਾ ਵੀ ਚੱਲ ਰਿਹਾ ਸੀ ਅਸਾਮ ਦਾ ਹਥਿਆਰਬੰਦ ਸੰਘਰਸ਼। ਇਹ ਹਥਿਆਰਬੰਦ ਸੰਘਰਸ਼ ਲੜ ਰਹੇ ਸੀਗੇ। ਜਦੋਂ ਲੌਂਗੋਵਾਲ ਸਮਝੌਤਾ ਹੋਇਆ ਨਾਲ ਅਸਾਮ ਵਾਲਿਆਂ ਨਾਲ ਵੀ ਹੋ ਗਿਆ। ਉੱਥੇ ਫਰਕ ਇਹ ਪੈ ਗਿਆ ਵੀ ਉੱਥੇ ਉਹਨਾਂ ਨੇ ਸੱਤਾ ਹਥਿਆਰਬੰਦ ਸੰਘਰਸ਼ ਵਾਲਿਆਂ ਨੂੰ ਸੌਂਪਤੀ, ਪੰਜਾਬ 'ਚ ਉਹਨਾਂ ਨੂੰ ਨਾ ਸੌਂਪੀ, ਦੂਜਿਆਂ ਨੂੰ ਸੌਂਪਤੀ, ਅਕਾਲੀਆਂ ਨੂੰ ਹੀ। ਇੱਥੇ ਇਸੇ ਕਰਕੇ ਇੱਥੇ ਤਾਂ ਹਥਿਆਰਬੰਦ ਸੰਘਰਸ਼ ਚੱਲੀ ਗਿਆ। ਉੱਥੇ ਜਦੋਂ ਉਹਨਾਂ ਨੂੰ ਸੌਂਪਤੀ ਉਹ ਆ ਗਏ। ਉਦੋਂ ਬਾਅਦ ਤੁਸੀਂ ਦੇਖ ਲਓ ਉਹਦਾ ਕੀ ਬਣਿਆ। ਸਾਰੀ ਉਹ ਯੂਨੀਅਨ ਦਾ ਆਲ ਇੰਡੀਆ ਅਸਾਮ ਸਟੂਡੈਂਟ ਯੂਨੀਅਨ ਸਭ ਡੰਗ ਨਿਕਲ ਗਿਆ। ਆ ਜਿਹੜਾ ਹੁਣ ਕਿੰਨੇ ਬੰਦੇ ਉਹਦੇ ਸਾਰੇ BJP 'ਚ ਭਰਤੀ ਹੋ ਗਏ। ਜਿਹੜਾ ਹੁਣ ਉੱਥੇ ਮੁੱਖ ਮੰਤਰੀ ਹੈ BJP ਦਾ, ਉਹ ਆਸੂ ਦਾ ਲੀਡਰ ਸੀਗਾ। ਇੱਥੇ ਪੰਜਾਬ 'ਚ ਵੀ ਆਉਂਦਾ ਰਿਹਾ, ਗੱਲਾਂ ਬਾਤਾਂ ਕਰਦਾ ਰਿਹਾ, ਬੜਾ ਉਦੋਂ ਸੀਗਾ ਉਹ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸੋਚ ਵਿਚਾਰ ਕੇ ਨਹੀਂ ਮਤਲਬ ਤੁਸੀਂ ਇਹ ਦੇਖੋ ਵੀ ਤੁਸੀਂ ਨਾ ਮਤਲਬ ਵੀ ਇਲੈਕਸ਼ਨ ਯਾਰ ਜਿਵੇਂ ਮੌਜ ਨਾਲ ਅਗਲਿਆਂ ਨੇ ਇੰਡੀਅਨ ਸਟੇਟ ਦਾ ਇੱਕ ਸਿਸਟਮ ਬਣਾਇਆ ਹੋਇਆ। ਉਹਨਾਂ ਨੂੰ ਪਤਾ ਹੈ ਵੀ ਤੁਸੀਂ ਲਿਆਓ ਇਹਨਾਂ ਨੂੰ ਪਲੋਸ ਕੇ, ਫਿਰ ਸੈੱਟ ਕਰ ਲਾਂਗੇ, ਆਪੇ ਨਿਕਲ ਜਾਣਗੇ ਇਹਨਾਂ ਦੇ ਸਾਰੇ। ਉਹ ਜੇ ਨਹੀਂ ਨਿਕਲਣਗੇ, ਇੱਥੇ ਕੋਈ ਟਾਈਮ ਲੱਗਦਾ ਮਤਲਬ ਭੰਗ ਤੇ ਜਾਓ ਕਰੇ। ਅਕਾਲੀ ਨਹੀਂ ਸਹਿਣ ਕੀਤੇ, ਹਾਲਾਂਕਿ ਕੋਈ ਹਥਿਆਰਬੰਦ ਸੰਘਰਸ਼ ਨਹੀਂ, ਕੁਛ ਨਹੀਂ। ਇਹ ਤਾਂ ਹੁਣ ਜਾ ਕੇ 97 'ਚ ਪਹਿਲੀ ਵਾਰ ਬਾਦਲ ਜਦੋਂ ਬਣਿਆ ਚੀਫ ਮਿਨਿਸਟਰ, ਉਦੋਂ ਪਹਿਲੀ ਵਾਰ 5 ਸਾਲ ਪੂਰੇ ਹੋਏ ਆ ਉਹਦੇ। ਉਦੋਂ ਪਹਿਲਾਂ ਕਦੇ ਉਹਦੇ 5 ਸਾਲ ਪੂਰੇ ਨਹੀਂ ਸੀ ਹੋਣ ਦਿੱਤੇ। ਇੰਨਾ ਕੁ ਡਾਈਸੈਂਟ ਸਹਿਣ ਨਹੀਂ ਜਿੱਥੇ ਹੁੰਦਾ, ਤੇ ਤੁਸੀਂ ਹਥਿਆਰਬੰਦ ਸੰਘਰਸ਼ ਵਾਲੇ ਬੰਦੇ ਕਹੋ ਵੀ ਅਸੀਂ ਇਲੈਕਸ਼ਨਾਂ 'ਚ ਜਾ ਕੇ, ਉਹ ਇੰਨੇ ਮੂਰਖ ਕਿਤੇ ਵੀ ਤੁਹਾਨੂੰ ਦੇ ਦੇਣਗੇ। ਉਹ ਹੁਣ ਤੁਸੀਂ ਦੇਖੋ ਕਿੰਨਿਆਂ ਦਾ ਹਾਲਤ ਕੀ ਬਣੀ ਉਹਨਾਂ 'ਚ ਜਾ ਕੇ। ਤੇ ਇਹ ਹੁਣ ਬੰਦਾ ਕੋਈ ਕਹਿ ਸਕਦਾ ਉਹ ਇਹੋ ਜਿਹੇ ਸੀ, ਅਸੀਂ ਨਹੀਂ ਆਏ। ਇਹ ਤਾਂ ਸਾਰੇ ਹੀ ਕਹਿੰਦੇ ਹੁੰਦੇ ਆ। ਇੱਥੇ ਦੇਖ ਲਏ ਅਸੀਂ ਕਰਤਾਰ, ਸਭ ਦੇ ਦੇਖ ਲਏ। ਆ ਜਿਹੜੇ ਹੁਣ BJP 'ਚ ਗਏ ਬੰਦੇ, ਇਹਨਾਂ ਨੇ ਬਣਨਾ ਸੀ ਇੱਥੇ ਸਰਕਾਰ, ਉਹਨਾਂ ਨੇ ਬਣਾਉਣੀ ਸੀ। ਹਰਿੰਦਰ ਕਾਲੋ ਹੈ, ਕੁਲਦੀਪ ਕਾਲੋ ਹੈ, ਲਾਈਕ ਦਿਸ, ਇਹ ਸਾਰੇ ਬੰਦੇ ਇੱਧਰਲੀ ਧਿਰ ਵਾਲੇ ਸੀ ਨਾ। ਜੇ ਇਹਨਾਂ ਨਾਲ ਸੌਦਾ ਹੋਇਆ ਹੁੰਦਾ ਜਿਵੇਂ ਅਸਾਮ 'ਚ ਉਹਨਾਂ ਨਾਲ ਕਰ ਲਿਆ, ਇਹੀ ਕੁਛ ਇੱਥੇ ਹੋਣਾ ਸੀ। ਸੋ ਇਹ ਤਾਂ ਜਿਹੜੇ ਬੰਦਿਆਂ ਨੂੰ ਇਤਿਹਾਸ ਦੀ ਸਮਝ ਨਹੀਂ, ਲਹਿਰਾਂ ਦੀ ਸਮਝ ਨਹੀਂ, ਜ਼ਿੰਦਗੀ ਦੀ ਸਮਝ ਨਹੀਂ, ਉਹ ਵੀ ਹਿੰਦੁਸਤਾਨ ਦਾ ਸਿਸਟਮ ਕਿਵੇਂ ਵਰਕ ਕਰਦਾ, ਇਹਨਾਂ ਗੱਲਾਂ ਦੀ ਜਿਹੜੀ ਸਮਝ ਨਹੀਂ, ਉਹਦੇ 'ਚੋਂ ਬੇਸਮਝੀ 'ਚੋਂ ਨਿਕਲਦੀਆਂ। ਇੱਕ ਬੇਸਮਝੀ, ਇੱਕ ਲਾਲਸਾ। ਇਹ ਬਹੁਤ ਘਾਤਕ ਮਿਸ਼ਰਣ ਹੈ ਦੋਹਾਂ ਚੀਜ਼ਾਂ ਦਾ, ਲਾਲਚ ਤੇ ਬੇਸਮਝੀ। ਉਹਦੇ ਵਿੱਚੋਂ ਇਹ ਗੱਲਾਂ ਉੱਠ ਰਹੀਆਂ। ਹੁਣ ਕਰਕੇ ਦੇਖ ਲੈਣ। ਉਦੋਂ ਬਾਅਦ ਦੇਖਿਆ ਹੀ ਆ ਨਾ ਜਿਹੜੇ ਸਿਮਰਜੀਤ ਸਿੰਘ ਮਾਨ ਦੇ ਕਿੰਨੇ MP ਜਿੱਤੇ 89 'ਚ, ਕੀ ਕਾਰਗੁਜ਼ਾਰੀ ਹੋਈ। ਦੋ ਗੱਲਾਂ, ਇੱਕ ਤਾਂ ਸਿਸਟਮ 'ਚ ਤੁਹਾਨੂੰ ਕਿੰਨਾ ਸਪੇਸ ਦਿੰਦਾ ਹੈ ਉਹ, ਤੁਸੀਂ ਪੂਰੇ ਇਮਾਨਦਾਰ, ਤੁਹਾਡਾ ਪੂਰਾ ਜਜ਼ਬਾ ਹੈ, ਕੀ ਕਰ ਲਓਗੇ ਉੱਥੇ, ਠੀਕ ਹੈ ਨਾ, ਬੋਲ ਲਓਗੇ। ਹੁਣ ਤਾਂ ਬੋਲਣ ਵੀ ਨਹੀਂ ਦਿੰਦੇ। ਖੈਰ ਇੱਕ ਮੌਕਾ ਸੀ ਜਦੋਂ ਸਰਦਾਰ ਕਪੂਰ ਸਿੰਘ ਵਰਗੇ ਲੰਮੇ ਲੈਕਚਰ ਵੀ ਕਰਕੇ ਸਾਰੀਆਂ ਚੀਜ਼ਾਂ। ਈਵਨ ਮਾਨ ਸਾਹਿਬ ਬੜੇ ਸੋਹਣੇ ਲੈਕਚਰ ਕੀਤੇ ਪਾਰਲੀਮੈਂਟ 'ਚ, ਇਹੋ ਜਿਹੀ ਕੋਈ ਗੱਲ ਨਹੀਂ। ਜਿਹੜਾ ਪਹਿਲਾ ਲੈਕਚਰ ਹੈ ਨਾ ਇਹਨਾਂ ਦਾ, ਉਦੋਂ ਸੁਣਨ ਵਾਲਾ ਬਾਰ-ਬਾਰ। ਹਾਂ, ਤੇ ਕੀਤੇ ਆ। ਸੋ ਵੱਟ ਕੀ ਕਰ ਲਿਆ ਇੱਥੇ ਕੁਛ ਨਹੀਂ। ਮਤਲਬ ਤੁਸੀਂ ਦੇਖ ਲਓ ਕੀ ਬੁੱਕਤ ਕੀ ਆ। ਅੱਛਾ ਫਿਰ ਕੀ ਆ ਵੀ ਤੁਸੀਂ ਆਪਦਾ ਪਾਤਸ਼ਾਹੀ ਦਾ ਦਾਅਵਾ ਛੱਡ ਕੇ ਇੱਥੇ ਆ ਰਹੇ ਹੋ, ਜਿਵੇਂ ਚੋਂ ਵੀ ਨਿਕਲਣਾ ਇੰਨਾ ਕੁ ਨਾ ਹੋ ਜਿੰਨੀ ਹਿੱਸੇਦਾਰੀ। ਪੈਰ ਪੈਰ ਤੇ ਜਲਾਲਤ, ਪੈਰ ਪੈਰ ਤੇ ਜਲੀਲ ਤਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਹੋ ਰਹੇ ਨੇ। ਚਲੋ ਬਾਦਲ ਤਾਂ ਇਮਿਊਨ ਹੋ ਗਿਆ, ਉਹ ਤਾਂ ਕੋਈ ਅਸਰ ਨਹੀਂ।
ਸੋ ਇਹ ਇੱਥੇ ਫਿਰ ਐਂ ਢੀਠ ਬਣ ਕੇ ਫਿਰ ਠੀਕ ਹੈ ਰਾਜ ਕਰ ਲਓ ਮਤਲਬ ਜੀ ਮੈਂ ਇਹਦੇ ਕੋਈ ਉਸ ਤਰ੍ਹਾਂ ਨਹੀਂ, ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਇਹ ਲੱਗਦਾ ਨਾ ਵੀ ਫਿਰ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ, ਇਹ ਨਹੀਂ ਸਹਿਣ ਹੋਣੀ ਸੀ। ਜੇ ਖਾੜਕੂ ਜਿੱਤ ਜਾਂਦੇ ਜਾਂ ਤਾਂ ਉਹਨਾਂ ਵਰਗੇ ਬਣ ਜਾਂਦੇ, ਜਿਵੇਂ ਮਾਨ ਸਾਹਿਬ ਨੇ ਕਿਹਾ, ਕਹਿੰਦੇ ਕਿਤੇ ਮੈਂ ਤਾਂ ਸੁਣਿਆ ਨਹੀਂ ਵੀ ਜੇ ਅਸੀਂ ਇਲੈਕਸ਼ਨ 'ਚ ਹਿੱਸਾ ਲੈ ਲੈਂਦੇ 92 'ਚ, ਜੋ ਬੇਅੰਤ ਸੂ ਨੇ ਕੀਤਾ ਸਾਨੂੰ ਕਰਨਾ ਪੈਣਾ ਸੀ, ਸਾਥੋਂ ਕਰਵਾਉਣਾ ਸੀ। ਉਹਨੇ ਕਿੱਡੀ ਖਤਰਨਾਕ ਗੱਲ ਹੋਣੀ ਸੀ ਵੀ ਅਕਾਲੀ ਮਾਰ ਰਹੇ ਨੇ, ਜੇ ਹੋ ਜਾਂਦੀ ਜਾਂ ਮਾਨ ਸਾਹਿਬ ਜਾਂ ਖਾੜਕੂਆਂ ਦਾ ਇੱਕ ਵਰਗ। ਤੇ ਹੁਣ ਤਾਂ ਯਾਰ ਜੋ ਕਿਰਦਾਰ ਸਾਹਮਣੇ ਆਏ ਨੇ, ਜੀ ਇਹ ਕੋਈ ਅਣਹੋਣੀ ਨਹੀਂ ਸੀ ਜਿਸ ਤਰ੍ਹਾਂ। ਸੋ ਇਹਨਾਂ ਲੋਕਾਂ ਨੂੰ ਨਹੀਂ ਪਤਾ ਵੀ ਉਸ ਮੌਕੇ ਦੇ ਹਾਲਾਤ ਕੀ ਸੀ। ਇਹ ਖਾਲੜੇ ਨੂੰ ਪਤਾ ਸੀ ਵੀ ਕਿਵੇਂ ਇੱਥੇ ਕਤਲੋ ਗਾਰਤ ਚੱਲਣੀ ਆ। ਬੰਦਿਆਂ ਨੇ ਇੱਕ ਦੂਜੇ ਦੇ, ਖਾੜਕੂ ਧਿਰਾਂ ਨੇ ਇੱਕ ਦੂਜੇ ਦੇ ਕੈਂਡੀਡੇਟ, ਰਾਹ ਦਾ ਰਸਤਾ, ਸਤਾ ਦਾ ਜਿਹੜਾ ਰਾਹ ਹੈ, ਉਹ ਜਦੋਂ ਬੰਦੇ 'ਚ ਲਾਲਸਾ ਜਾਗਦੀ ਆ, ਉਹ ਫਿਰ ਰੋੜੇ ਸਾਰੇ ਸਾਫ਼ ਕਰਦਾ, ਉਦੋਂ ਅੰਨਾ ਹੁੰਦਾ। ਸੋ ਇਹ ਇਸ ਗੱਲ ਨੂੰ ਟਾਲਣ ਵਾਸਤੇ ਇਹ ਕੋਈ ਫੈਸਲਾ ਮਤਲਬ ਬਹੁਤ ਖੁਸ਼ੀ ਨਾਲ ਲਿਆ ਫੈਸਲਾ ਨਹੀਂ ਸੀ। ਇਹ ਲੋਕਾਂ ਨੂੰ ਪਤਾ ਨਹੀਂ। ਵੈਸੇ ਤਾਂ ਇਹਦੇ ਬਾਰੇ ਬਣਦਾ ਤਾਂ ਇਹ ਹੈ ਵੀ ਜਿਨ੍ਹਾਂ ਨੇ ਫੈਸਲਾ ਕੀਤਾ ਉਹ ਇਹਦੇ ਸਾਰੇ ਪੱਖ, ਕਿਉਂਕਿ ਦੇ ਨੋ ਬੈਟਰ ਦੈਨ ਮੀ। ਲਹਿਰ ਦੀ ਅੰਦਰਲੀ ਹਾਲਤ ਕੀ ਸੀ, ਉਹਨਾਂ ਨੇ ਪਹਿਲਾਂ ਕੀ ਯਤਨ ਕੀਤੇ, ਮੈਨੂੰ ਪਤਾ ਬਹੁਤ ਯਤਨ ਕੀਤੇ। ਉਹਨਾਂ ਦੀ ਇੱਛਾ ਇਹ ਸੀ ਵੀ ਇਲੈਕਸ਼ਨ ਲੜੀ ਜਾਵੇ, ਪਰ ਇੱਕ ਹੋ ਕੇ ਲੜੀ ਜਾਵੇ। ਉਹਦੇ ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬੰਦਿਆਂ ਨੂੰ, ਤੇ ਕੋਈ ਵੀ ਭੋਰਾ ਇੰਚ ਹਟਣ ਨੂੰ ਤਿਆਰ ਨਹੀਂ ਸੀ, ਛੱਡਣ ਨੂੰ ਤਿਆਰ ਨਹੀਂ ਸੀ। ਸੱਚ ਇਹ ਹੈ। ਸੋ ਇਹ ਵੱਧ ਉਹਨਾਂ ਨੂੰ ਪਤਾ ਹੈ ਕਿੰਨੀਆਂ ਐਫਰਟਸ ਕੀਤੀਆਂ, ਫਿਰ ਅਖੀਰ ਨੂੰ ਅਣਸਰਦੇ ਨੂੰ ਵੀ ਇਹ ਤਾਂ ਆਪਾਂ ਐਵੇਂ ਇੱਕ ਦੂਜੇ ਦੇ ਨੂੰ ਮਾਰਨ ਨਾਲੋਂ ਵੀ ਇੱਕ ਵਾਰ ਬਾਈਕਾਟ ਕਰੋ। ਇਹ ਕੋਈ ਮਤਲਬ ਚੰਗੀ ਉਸ ਤਰ੍ਹਾਂ ਥੋੜ੍ਹਾ ਸੀ ਵੀ ਤੁਹਾਡੇ ਵਾਸਤੇ ਬਹੁਤ ਸੁਖਾਵਾਂ ਫੈਸਲਾ ਸੀ, ਬਹੁਤ ਅਣਸੁਖਾਵਾਂ ਫੈਸਲਾ ਸੀ। ਜੇ ਆਪਾਂ ਉਦਾਂ ਹੀ ਗੱਲ ਕਰੀਏ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ, ਸਿੱਖਾਂ ਦੀ ਜਿਹੜੀ ਸੰਘਰਸ਼ਾਂ ਤੋਂ ਸ਼ੁਰੂ ਹੋਈ ਹੈ, ਜਿਹੜੀ ਬਾਅਦ 'ਚ ਜਾ ਕੇ ਚਲੋ ਤਬਦੀਲੀਆਂ ਜਿਹੜੀਆਂ ਆ ਗਈਆਂ, ਅੱਜ ਜੋ ਹਾਲਾਤ ਨੇ, ਕੀ ਅਕਾਲੀ ਦਲ ਜਿਹੜਾ ਆਉਣ ਵਾਲੇ ਸਮੇਂ ਦੇ ਤੁਹਾਨੂੰ ਕਿਉਂਕਿ ਤੁਸੀਂ ਰਾਜਨੀਤੀ ਦੇ ਉੱਤੇ ਵੀ ਪਕੜ ਰੱਖਦੇ ਹੋ, ਸਿੱਖ ਰਾਜਨੀਤੀ ਖਾਸ ਕਰਕੇ, ਲੋਕ ਜਿਵੇਂ ਅਕਾਲੀਆਂ ਤੋਂ ਜਮਾਂ ਹੀ ਮੁਨਕਰ ਹੋ ਗਏ ਨੇ, ਅਕਾਲੀ ਦਲ ਪਾਰਟੀ ਤੋਂ ਮੁਨਕਰ ਹੋਣਾ ਜਾਇਜ਼ ਹੈ ਜਾਂ ਅਕਾਲੀ ਆਗੂਆਂ ਤੋਂ ਜਿਹੜੇ ਗਲਤ ਨੇ ਉਹਨਾਂ ਤੋਂ ਮੁਨਕਰ ਹੋਣਾ? ਦੇਖੋ, ਅਕਾਲੀ ਦਲ ਰਿਵਾਈਵ ਹੋਣਾ ਚਾਹੀਦਾ, ਇਹ ਕੁਝ ਬੰਦਿਆਂ ਦੀ ਸੋਚ ਹੈ, ਕਿਉਂਕਿ ਉਹਦਾ ਇੱਕ ਇਤਿਹਾਸ ਹੈ ਜੀ। ਪਰ ਉਹ ਰਿਵਾਈਵ ਹੋਣ ਦਾ ਮਤਲਬ ਜਿਹੜੀ ਮੈਂ ਪਹਿਲਾਂ ਕੀਤੀ ਹੈ, ਭਾਰਤੀ ਵਿਚਾਰਧਾਰਾ ਦੇ ਚੁੰਗਲ 'ਚੋਂ ਮੁਕਤ ਹੋਣਾ। ਆ ਤਿੰਨ ਗੱਲਾਂ, ਧਰਮ ਨਿਰਪੱਖਤਾ ਦਾ ਪਖੰਡ ਵੀ ਨਹੀਂ, ਮਤਲਬ ਤਾਂ ਹਥਿਆਰ ਹੈ ਇੱਕ ਉਹਨਾਂ ਦਾ। ਦੂਜਾ, ਭਾਰਤੀ ਕੌਮ ਦੀ ਸਿਰਜਣਾ, ਜਿਹੜਾ ਹੈ ਨਾ ਵੀ ਇੰਡੀਆ ਇਜ਼ ਏ ਸਿੰਗਲ ਨੇਸ਼ਨ, ਇਹ। ਤੇ ਤੀਜਾ, ਦੇਸ਼ ਦੀ ਏਕਤਾ ਤੇ ਅਖੰਡਤਾ ਦੀਆਂ ਸੌਹਾਂ ਖਾਣੀਆਂ। ਜੇ ਤੁਸੀਂ ਆਹ ਦੁਸ਼ਮਣ ਦੀ ਵਿਚਾਰਧਾਰਾ ਮੰਨ ਕੇ ਉਹਦੇ ਹਥਿਆਰ ਨਾਲ ਉਹਦੇ ਨਾਲ ਲੜੋਗੇ, ਫਿਰ ਤਾਂ ਹਾਰ ਨਿਸ਼ਚਿਤ ਹੈ। ਤੇ ਅਕਾਲੀਆਂ ਨੇ ਇਹੀ ਕੀਤਾ, ਕੁੱਟ ਵੀ ਖਾਈ ਜਾਂਦੇ ਆ, ਗੰਢੇ ਵੀ ਖਾਈ ਜਾਂਦੇ ਆ, ਜੁਰਮਾਨਾ ਵੀ ਭਰੀ ਜਾਂਦੇ ਆ। ਇਹਨਾਂ ਚੀਜ਼ਾਂ ਬਾਰੇ ਸਪਸ਼ਟ ਪੋਜੀਸ਼ਨ ਲੈਣੀ ਪਊ। ਜਦੋਂ ਤੁਸੀਂ ਇਹ ਸਪਸ਼ਟ ਪੋਜੀਸ਼ਨ ਲੈ ਲਈ, ਤੁਹਾਡੇ ਤਾਂ ਉੱਥੇ ਰਾਹ ਹੀ ਬੰਦ ਹੈ, ਸੰਵਿਧਾਨ ਹੀ ਬੰਦ ਕਰ ਦਿੰਦਾ ਹੈ। ਸੋ ਜੇ ਕੰਪਰੋਮਾਈਜ਼ ਕਰਕੇ ਉਹਦੇ 'ਚ ਤੁਸੀਂ ਜਾਣਾ ਹੈ, ਜਾਓ, ਪਰ ਉਹ ਕੰਪਰੋਮਾਈਜ਼ ਦਾ ਗਾਹਾਂ ਇੱਕ ਲੌਜਿਕ ਵੀ ਹੈ, ਉਹਦਾ ਵੀ ਲੌਜਿਕ ਹੈ। ਉਹ ਤੁਸੀਂ ਕਿੱਥੇ ਕੁ ਰੋਕਦੇ ਹੋ ਜਾ ਕੇ? ਉਹਦੇ 'ਚ ਜਿਹੜਾ ਮੋਰਲ ਕਰੈਕਟਰ ਆ ਬਹੁਤ ਕਾਊਂਟ ਕਰਦਾ ਹੈ। ਤੇ ਹੁਣ ਕਿਤੇ ਭਰੋਸਾ ਵੱਜਦਾ? ਮੇਰਾ ਤਾਂ ਨਹੀਂ ਵੱਜਦਾ, ਆਪਦੇ ਆਪ ਤੇ ਨਹੀਂ ਵੱਜਦਾ ਜੀ। ਹੋਰ ਕਿਤੇ ਬਣ ਲਾਂਗੇ ਵੀ ਕੋਈ ਅਸੀਂ ਇਹੋ ਜਿਹੇ ਅਸੀਂ ਬੰਦੇ ਪੈਦਾ ਕਰ ਲਏ ਕੋਈ ਤਕੜੇ। ਇਹ ਤਾਂ ਸੰਤਾਂ ਦੇ ਹੁੰਦਿਆਂ ਹੋ ਸਕਦਾ ਜਦੋਂ ਬਾਹਰ ਡੰਡਾ ਹੁੰਦਾ। ਕਮਿਊਨਿਸਟ ਪਾਰਟੀ ਕਿਸੇ ਵੇਲੇ ਇਹ ਕਰਦੀ ਸੀ ਵੀ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਇਲੈਕਸ਼ਨ ਨਹੀਂ ਲੜੂ, ਉਹ ਪਹਿਰਾ ਦਿਓ। ਆਪ ਨਹੀਂ ਸੀ ਕਦੇ ਵੀ। ਹੁਣ ਦੇਖ ਲਓ, ਜਨਰਲ ਸਕੱਤਰ ਇਲੈਕਸ਼ਨ ਲੜਦਾ ਉਹਦਾ, ਬਾਕੀ ਸਾਰੀਆਂ ਪਾਰਟੀਆਂ ਦਾ ਇਸ ਤਰ੍ਹਾਂ ਹੋ ਗਿਆ। ਸੋ ਇਹ ਤਾਂ ਇੱਕ ਜਿਵੇਂ ਕਹਿ ਲਓ ਨਾ, ਇਹਦੀ ਜਿਹੜੀ ਹੈਗੀ ਹੈ, ਇਹ ਵੱਡੇ ਵੱਡੇ ਸੰਘਰਸ਼ਾਂ ਨੂੰ ਜੇ ਨਿਗਲਣਾ ਹੈ, ਇੱਕ ਤਾਂ ਉਹਨੂੰ ਖੂਨ 'ਚ ਡੋਬੋ, ਉਹਦੇ ਨਾਲ ਰੋਹ ਉੱਠਦਾ ਹੈ। ਇੱਕ ਹੈ ਵੀ ਨਹੀਂ, ਉਹਨੂੰ ਪਲੋਸ ਕੇ ਜੇ ਲਿਆਓ ਜਰਾ ਇੱਧਰ ਨੂੰ, ਉਹ ਆਪਣੇ ਆਪ ਹੀ। ਤੇ ਕਿੰਨੇ ਮੈਂ ਗਿਣਾ ਦਿੰਦੇ ਆਪਾਂ, ਕਿੰਨੇ ਸੰਘਰਸ਼ ਨੇ ਨਿਗਲ ਇਸ ਰਾਹ ਨੇ। ਹਾਂ, ਜੇ ਕਿਸੇ ਨੂੰ ਇਹ ਭੁਲੇਖਾ ਵੀ ਮੇਰਾ ਤਾਂ ਮੋਰਲ ਕਰੈਕਟਰ ਬਹੁਤ ਹੈ, ਉਹ ਹੁਣ ਬੰਦਿਆਂ ਦਾ ਪਤਾ ਲੱਗ ਗਿਆ ਯਾਰ, ਜਿਹੜੇ ਹੁਣ ਅੱਜ ਦੀ ਸਿਚੁਏਸ਼ਨ 'ਚ BJP 'ਚ ਜਾ ਰਹੇ ਨੇ ਜੀ, ਜਿਹੜੇ ਉਸ ਮੌਕੇ ਖਾੜਕੂ ਫੇਸ ਬਣੇ ਹੋਏ ਸੀਗੇ
ਫੈਡਰੇਸ਼ਨ ਦੇ ਜਾਂ ਲਹਿਰ ਦੇ ਜਾਂ ਉਸ ਧਿਰ ਦੇ, ਫਿਰ ਪਤਾ ਹੀ ਹੈ ਕੀ ਆ। ਜੀ ਸੋ ਭੁਲੇਖਿਆਂ 'ਚ ਜਿਉਣਾ ਜਿਉਂ ਜਾਵੇ ਬੰਦਾ। ਸੋ ਹਾਲਾਤ ਨੂੰ ਨੰਗੀ ਅੱਖ ਨਾਲ ਦੇਖੋ ਤੇ ਉਸ ਮੁਤਾਬਕ ਆਪਦੀ ਰਣਨੀਤੀ ਬਣਾਓ। ਜੀ ਜੇ ਤੁਸੀਂ ਨਿਸ਼ਾਨੇ ਤੇ ਅੱਜ ਕੋਈ ਕਰਨੀ ਆ ਨਾ ਆਪਣੀ ਕੰਪਰੋਮਾਈਜ਼, ਫਿਰ ਤਾਂ ਰਾਹ ਖੁੱਲ੍ਹੇ ਆ, ਉਹ ਤਾਂ ਸਾਰਿਆਂ ਵਾਸਤੇ ਖੁੱਲ੍ਹੇ ਆ। ਜਿਹਨੇ ਨਹੀਂ ਕਰਨਾ ਉਹਦੇ ਵਾਸਤੇ ਇਹ ਰਾਹ ਬੰਦ ਹੈ। ਸੋਚੂ ਹੋਰ। ਹੁਣ ਮੈਂ ਨਹੀਂ, ਮਤਲਬ ਮੈਂ ਕਹਾਂ ਨਾ ਤੁਹਾਡੇ ਕੋਲ ਜਵਾਬ ਕੀ ਆ, ਕੀ ਕਰਨ, ਇਹ ਹੁਣ ਮੈਂ ਇੱਕ ਬੰਦਾ ਕੌਣ ਹੈ ਜਿਹੜਾ ਇਹਦਾ ਐਡਾ ਕਿੱਡਾ ਕੁ ਸਮਰੱਥ ਹੈ। ਇਹ ਤਾਂ ਕੌਮ ਨੇ ਰਲ ਕੇ ਇੱਕ ਉਹਦੇ ਇੰਟਲੈਕਟ ਇਕੱਠਾ ਹੋਵੇ ਤੇ ਇਹ ਹੁਣ ਜਿਹੜੀ ਹੁਣ ਸਰਕਾਰ ਆ ਗਈ ਇਹਦੇ 'ਚ ਜਿਹੜੇ ਕਨਵੈਨਸ਼ਨਲ ਢੰਗ ਨਾਲ ਲੜਨ ਦੇ ਉਹ ਨਕਾਰਾ ਹੋ ਗਏ। ਕਿਸਾਨ ਸੰਘਰਸ਼ ਨੇ ਦਿਖਾਤਾ ਕਮਿਊਨਿਸਟਾਂ ਤੋਂ ਮਾਹਰ ਕੋਈ ਨਹੀਂ ਹੋ ਸਕਦਾ ਜਨਤਕ ਸੰਘਰਸ਼ ਲੜਨ ਦਾ। ਤੇ ਉਹਨਾਂ ਦੀ ਕਰੀਮ ਉੱਥੇ ਬੈਠੀ ਹੈ ਇਕੱਠੀ ਹੋਈ, ਇੰਨੀਆਂ ਜਥੇਬੰਦੀਆਂ, ਪਰ ਉਹ ਹੁਣ ਨਾ ਜਿਵੇਂ ਇੱਕ ਕੈਰੀਕੇਚਰ ਬਣ ਰਿਹਾ ਸੰਘਰਸ਼ ਦਾ, ਕੁਛ ਵੀ ਨਹੀਂ, ਉਹ ਇਫੈਕਟਿਵ ਨਹੀਂ ਹੋ ਰਹੇ। ਤੇ ਉਹਨਾਂ ਨੂੰ ਹੁਣ ਇਹ ਉਹਨਾਂ ਨੂੰ ਵੀ ਪਤਾ ਹੈ, ਪਰ ਰਾਹ ਉਹਨਾਂ ਕੋਲ ਤਾਂ ਕੋਈ ਹੋਰ ਤਾਂ ਕੋਈ ਰਾਹ ਹੀ ਨਹੀਂ ਉਹਨਾਂ ਕੋਲੇ। ਸੋ ਅਨਕਨਵੈਨਸ਼ਨਲ ਮਤਲਬ ਜਿਹੜੇ ਰਾਹ ਤੁਹਾਨੂੰ ਲੜਨ ਦੇ, ਮੈਂ ਨਹੀਂ ਕਹਿੰਦਾ ਹਥਿਆਰਬੰਦ ਸੰਘਰਸ਼, ਉਹ ਤਾਂ ਚਲੋ ਤਾਂ ਹੈ ਹੀ ਗੱਲ, ਉਹ ਤਾਂ ਉਹ ਐ ਨਹੀਂ ਵੀ ਆ 4 ਬੰਦੇ ਚਾਉਣ ਤੇ ਉਹ ਸ਼ੁਰੂ ਹੋ ਜਾਓ, ਤਾਂ ਜਦੋਂ ਹੋਣਾ ਕਿਤੇ ਹੋਰ ਮੌਕੇ ਦੇ ਉੱਤੇ ਹੋਣਾ। ਸੋ ਇਹ ਹੈ ਵੀ ਜਿੱਧਰ ਨੂੰ ਹਾਲਾਤ ਜਾ ਰਹੇ ਨੇ ਤੁਸੀਂ ਉਹ 'ਤੇ ਰੱਖੋ ਨਜ਼ਰ, ਰੱਖੋ ਆਪਦੇ ਆਪ ਨੂੰ ਪ੍ਰਪੇਅਰ ਕਰੋ। ਜੇ ਇੱਧਰ ਨੂੰ ਤੁਸੀਂ ਭਟਕਣਾ ਇਹਨਾਂ ਰਾਹਾਂ 'ਚ, ਇਹ ਤਾਂ ਮੌਕਾ ਇਤਿਹਾਸ ਦਿੰਦਾ ਜਦੋਂ ਵੱਡੀਆਂ ਵੱਡੀਆਂ ਸਲਤਨਤਾਂ ਖਿੰਡਦੀਆਂ। ਤੇ ਇਹ ਸਲਤਨਤ ਕਿਹੜਾ ਸਦੀਵੀ ਹੈ, ਇਹ ਕਿੱਥੋਂ ਇਹ ਰੱਬ ਨੇ ਕੱਢ ਕੇ ਥੋੜ੍ਹਾ ਭੇਜੀ ਹੈ। ਇਹ ਤਾਂ ਕੁਛ ਵੀ ਨਹੀਂ, ਇਹਨੇ ਵੀ ਖਿੰਡਣਾ ਹੈ। ਪਰ ਜੇ ਖਿੰਡੂਗੀ ਤੁਸੀਂ ਹੈ ਕੁਛ ਲੈਣ ਜੋਗੇ ਕਿ ਆਹੀ ਲਾਲਸਾਵਾਂ ਰੱਖਣੀਆਂ, ਮੈਨੂੰ ਬਾਜ਼ਾਰ ਤੋਂ ਮਿਲ ਜੇ, ਮੈਂ ਮੁੱਖ ਮੰਤਰੀ ਬਣ ਜਾ। ਇਹ ਛੱਡ ਦਿਓ ਕੰਮ ਉਹਨਾਂ ਵਾਸਤੇ, ਭਗਵੰਤ ਮਾਨ ਹੋਰਿਆਂ ਵਾਸਤੇ ਜਾਂ ਦੂਜਿਆਂ ਵਾਸਤੇ। ਤੇ ਇੱਧਰ ਪੰਥਕ ਸੋਚ ਰੱਖਣ ਵਾਲੇ ਬੰਦਿਆਂ ਨੂੰ ਤਿਆਰ ਹੋਣਾ ਚਾਹੀਦਾ, ਕਿਸੇ ਲੰਮੀ ਸੋਚ ਰੱਖ ਕੇ, ਦ੍ਰਿਸ਼ਟੀ ਰੱਖ ਕੇ ਤੇ ਕਿਸੇ ਅਸੂਲਾਂ ਤੇ ਖੜ ਕੇ। ਸੋ ਇੰਨੀ ਕੁ ਮੇਰੀ ਹੈ। ਸੋ ਇਸ ਵਿਸ਼ੇ ਤੇ ਜਿੰਨੀ ਗੱਲਬਾਤ ਕੀਤੀ ਹੈ, ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਜਾਣਕਾਰੀ ਜਿਹੜੀ ਸਹੀ ਰੂਪ ਦੇ ਵਿੱਚ ਤੁਹਾਡੇ ਤੱਕ ਅੱਪੜੀ ਹੋਊਗੀ। ਸੋ ਅੱਗੇ ਵੀ ਇਹੋ ਜਿਹੇ ਵਿਸ਼ੇ ਜਿਹੜੇ ਅਸੀਂ ਛੋਹਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਸਾਡੇ ਚੈਨਲ ਦਾ ਸਿੱਖ ਵਿਊ ਪੁਆਇੰਟ ਦੇ ਨਾਲ ਜੁੜਨਾ ਕਰੋ। ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।